ਵਾਹਿਗੁਰੂ 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 ਵਾਹਿਗੁਰੂ। ਸੂਰਠ ਮਹਲਾ ਤੀਜਾ। ਸੋ ਸਿੱਖ ਸਖਾ ਬੰਦਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੈ, ਆਪਣੇ ਭਾਣੇ ਜੋ ਚੱਲੈ ਭਾਈ, ਵਿਛੜ ਚੋਟਾ ਖਾਵੈ, ਬਿਨ ਸਤਿਗੁਰ ਸੁਖ ਕਦੇ ਨਾ ਪਾਵੈ ਭਾਈ, ਫਿਰ ਫਿਰ ਪਛੋਤਾਵੈ। ਸੋ ਸਿੱਖ ਸਖਾ ਬੰਦਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੈ, ਆਪਣੇ ਭਾਣੇ ਜੋ ਚੱਲੈ ਭਾਈ, ਵਿਛੜ ਚੋਟਾ ਖਾਵੈ, ਬਿਨ ਸਤਿਗੁਰ ਸੁਖ ਕਦੇ ਨਾ ਪਾਵੈ ਭਾਈ, ਫਿਰ ਫਿਰ ਪਛੋਤਾਵੈ। ਹਰਿ ਕੇ ਦਾਸ ਸੋਹਿਲੇ ਭਾਈ, ਜਨਮ ਜਨਮ ਕੇ ਕਿਲ ਬਿਖ ਦੁਖ ਕਾਟੇ, ਆਪੇ ਮੇਲ ਮਿਲਾਈ। ਹਰਿ ਕੇ ਦਾਸ ਸੋਹਿਲੇ ਭਾਈ, ਜਨਮ ਜਨਮ ਕੇ ਕਿਲ ਬਿਖ ਦੁਖ ਕਾਟੇ, ਆਪੇ ਮੇਲ ਮਿਲਾਈ। ਰਹਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਗਤ ਗੁਰੂ ਹਾਜ਼ਰਾਂ ਹਜ਼ੂਰ, ਜਹਰਾਂ ਜਹੂਰ, ਸਰਬ ਕਲਾ ਭਰਪੂਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਸਜੇ ਹੋਏ ਅੰਮ੍ਰਿਤ ਵੇਲੇ ਦੇ ਸੱਚਖੰਡ ਦੀਵਾਨਾਂ 'ਚ ਹਾਜ਼ਰੀਆਂ ਭਰ ਰਹੀ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ का खास रूप गुरु खालसा साध संगत जियो धनता दे पात्र हो। सोडी सुल्तान पातशाह जगत गुरु गरीब नवाज सतगुरु धन धन श्री गुरु रामदास जी महाराज जी के पावन स्थानां दे दर्शन परस रहे। पातशाह ने अज अपने पावन पवित्र दरबार अंदरों जो पावन श्री मुखवाक अमृत वेले तख्तां ते प्रकाशमान हो के बख्शिश कीते हन। पावन मुखवाक विचारण वास्ते आपां सारे गुरु चरनां च जुड़ बैठे। रब्बी बाणी श्री आसा जी दी वार दे शब्द कीर्तन रागी ਸਿੰਘਾਂ ਦੀ ਰਸਨਾ ਤੋਂ ਆਪ ਜੀ ਨੇ ਸਰਵਣ ਕੀਤੇ ਹਨ। आओ कुछ समय ਲਈ ਆਪਣੀਆਂ ਸੁਰਤੀਆਂ ਤੇ ਬਿਰਤੀਆਂ ਗੁਰੂ ਪਾਤਸ਼ਾਹ ਦੇ ਪਵਿੱਤਰ ਚਰਨਾਂ ਨਾਲ ਜੋੜੀਏ ਔਰ ਗੁਰੂ ਚਰਨਾਂ 'ਚ ਰਜੋਈ ਕਰੀਏ ਕਿ ਸਤਿਗੁਰੂ ਜੀ ਆਪਣੇ ਸ਼ਬਦ ਦੀ ਸੋਝੀ ਸਾਨੂੰ ਪ੍ਰਦਾਨ ਕਰਨ।
ਆਪਣੇ ਸ਼ਬਦ ਦੀ ਵਿਚਾਰ ਸਿਧਾਂਤ ਸਾਡੀ ਸੁਰਤ ਵਿੱਚ ਸਤਿਗੁਰੂ ਜੀ ਵਸਾਉਣ। ਸਾਡੇ 'ਚ ਕੋਈ ਬਲ, ਕੋਈ ਸ਼ਕਤੀ, ਕੋਈ ਜ਼ੋਰ ਨਹੀਂ ਕਿ ਸਤਿਗੁਰਾਂ ਦੀ ਪਾਵਨ ਪਵਿੱਤਰ ਬਾਣੀ ਨੂੰ ਵਿਚਾਰ ਸਕੀਏ। ਜੈਸੀ ਮਤ ਸਤਿਗੁਰੂ ਜੀ ਪ੍ਰਦਾਨ ਕਰਨਗੇ ਤੈਸੀ ਮਤ ਅਨੁਸਾਰ ਗੁਰਦੇਵ ਦੀ ਪਾਵਨ ਪਵਿੱਤਰ ਗੁਰਬਾਣੀ ਨੂੰ ਵਿਚਾਰੀਏ। ਹਾਜ਼ਰੀਆਂ ਲਵਾਓ। ਸੁਰਤੀ ਬਿਰਤੀ ਨੂੰ ਇਕਾਗਰ ਕਰਨ ਵਾਸਤੇ ਰਸਨਾ ਨੂੰ ਪਵਿੱਤਰ ਕਰਦੇ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਰਠ ਮਹੱਲਾ ਤੀਜਾ। ਸੋ ਸਿੱਖ ਸਖਾ ਬੰਦਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ। ਰਾਗ ਸੋਰਠ ਹੈ। ਰਾਗ ਮਾਲਾ ਵਿੱਚ ਸਤਿਗੁਰਾਂ ਨੇ ਇਹਨੂੰ ਰਾਗਣੀ ਵਜੋਂ ਵਰਤਿਆ ਹੈ। ਰਾਗਣੀ ਪਰ ਗੁਰਦੇਵ ਨੇ ਰਾਗ ਵਜੋਂ ਵਰਤੋਂ ਕੀਤੀ ਹੈ। ਤੀਸਰੇ ਪਾਤਸ਼ਾਹ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਇਹ ਪਾਵਨ ਪਵਿੱਤਰ ਅੰਮ੍ਰਿਤਮਈ ਬਚਨ ਉਚਾਰਨ ਕਰਕੇ ਸਾਨੂੰ ਸਾਰਿਆਂ ਨੂੰ ਉਪਦੇਸ਼ ਦੇ ਰਹੇ ਨੇ। ਗਰੀਬ ਨਵਾਜ ਸਾਹਿਬ ਜੀ ਨੇ ਪਹਿਲੀਆਂ ਪਾਵਨ ਪੰਕਤੀਆਂ ਵਿੱਚ ਭਾਣੇ ਦੀ ਬਾਤ ਕੀਤੀ ਹੈ। ਸਿੱਖ ਕੌਣ ਹੈ? ਜਿਹੜਾ ਸਤਿਗੁਰਾਂ ਦੇ ਭਾਣੇ 'ਚ ਚੱਲਦਾ। ਸਤਿਗੁਰਾਂ ਦੇ ਭਾਣੇ 'ਚ ਚੱਲਣ ਵਾਲਾ ਜਿਹੜਾ ਸਿੱਖ ਹੈ ਉਹੀ ਮੇਰਾ ਮਿੱਤਰ ਹੈ, ਉਹੀ ਮੇਰਾ ਰਿਸ਼ਤੇਦਾਰ ਹੈ, ਉਹੀ ਮੇਰਾ ਭਰਾ ਹੈ। ਇਹ ਅੱਖਰੀ ਅਰਥ ਨੇ। ਸਤਿਗੁਰਾਂ ਦੇ ਭਾਣੇ 'ਚ ਜਿਹੜਾ ਚੱਲੇ, ਗੁਰੂ ਦੀ ਰਜ਼ਾ ਵਿੱਚ ਚੱਲੇ, ਉਹ ਸਿੱਖ ਹੈ। ਹੁਣ ਕੋਈ ਪੁੱਛੇ ਕਿ ਗੁਰੂ ਨੂੰ ਕੀ ਭਾਉਂਦਾ ਹੈ? ਸਤਿਗੁਰਾਂ ਦਾ ਭਾਣਾ ਕੀ ਹੈ? ਜਿਹੜਾ ਸਿੱਖ ਨੇ ਉਸ ਭਾਣੇ ਵਿੱਚ ਚੱਲਣਾ, ਰਜ਼ਾ 'ਚ ਚੱਲਣਾ। ਕਬੀਰ ਜੀ ਮਹਾਰਾਜ ਜੀ ਦੇ ਪਾਵਨ ਬਚਨ ਨੇ। ਭਾਵੇਂ ਕਿ ਉਸ ਪੰਕਤੀ ਦੇ ਅਰਥ ਹੋਰ ਵੀ ਕਈ ਪ੍ਰਕਾਰ ਨਾਲ ਕੀਤੇ ਜਾਂਦੇ ਹਨ, ਪਰ ਮਹਾਂਪੁਰਸ਼ ਸੰਪਰਦਾਇ ਵਿਦਵਾਨ ਇੱਦਾਂ ਵੀ ਅਰਥ ਕਰਦੇ ਨੇ, ਭਾਵੈ ਲਾਂਬੇ ਕੇਸ ਕਰ, ਭਾਵੈ ਘਰਰ ਮੁੰਡਾਏ। ਉਹਦੇ ਵਿੱਚ ਸਿਧਾਂਤ ਜੋ ਚੱਲ ਰਿਹਾ ਹੈ ਉਹਦੇ ਮੁਤਾਬਕ ਵੀ ਅਰਥ ਨੇ। ਕਹਿੰਦੇ ਗੁਰੂ ਨੂੰ ਭਾਉਂਦਾ ਹੈ ਕਿ ਸਿੱਖਾ ਤੇਰੇ ਸੋਹਣੇ ਲੰਮੇ ਕੇਸ ਹੋਣ, ਪਰ ਗੁਰੂ ਤੋਂ ਬੇਮੁਖ ਵਿਅਕਤੀ ਉਹਨੂੰ ਭਾਉਂਦਾ ਹੈ ਕਿ ਘਰਰ ਕਰਕੇ ਮੁੰਡਾ ਦਿਆਂ। ਉਪਰੋਕਤ ਤੇ ਜਿਤਨੀਆਂ ਵੀ ਕੁਰੈਤਾਂ ਹਨ, ਚਾਹੇ ਉਹ ਬੱਜਰ ਕੁਰੈਤਾਂ ਨੇ, ਚਾਹੇ ਉਹ ਹੋਰ ਸੰਸਾਰੀ ਕੁਰੀਤੀਆਂ ਨੇ, ਝੂਠ ਹੈ, ਝੂਠ ਹੈ, ਇਹ ਮਨੁੱਖ ਨੂੰ ਭਾਉਂਦਾ, ਗੁਰੂ ਨੂੰ ਨਹੀਂ ਭਾਉਂਦਾ, ਮਨਮੁਖ ਨੂੰ ਭਾਉਂਦਾ। ਗੁਰੂ ਨੂੰ ਭਾਉਂਦਾ ਮੇਰਾ ਸਿੱਖ ਅੰਮ੍ਰਿਤ ਵੇਲੇ ਉੱਠੇ, ਗੁਰੂ ਨੂੰ ਭਾਉਂਦਾ ਮੇਰਾ ਸਿੱਖ ਗੁਰਬਾਣੀ ਦਾ ਰਸੀਆ ਹੋਵੇ, ਗੁਰੂ ਨੂੰ ਭਾਉਂਦਾ ਕਿ ਮੇਰਾ ਸਿੱਖ ਦੁਈ ਦਵੈਸ਼ ਦੀ ਬਿਰਤੀ ਤੋਂ ਪਰੇ ਹੋ ਕੇ ਰਹੇ, ਗੁਰੂ ਨੂੰ ਭਾਉਂਦਾ ਹੈ ਕਿ ਮੇਰਾ ਸਿੱਖ ਆਤਮ ਰੰਗ ਵਿੱਚ ਰੰਗਿਆ ਰਹੇ, ਗੁਰੂ ਨੂੰ ਭਾਉਂਦਾ ਮੇਰਾ ਸਿੱਖ ਪਰਉਪਕਾਰੀ ਹੋਵੇ। ਪਰ ਮਨਮੁਖ ਬਿਲਕੁਲ ਇਹਦੇ ਤੋਂ ਉਲਟ ਚੱਲਦਾ। ਸਤਿਗੁਰਾਂ ਨੂੰ ਜੋ ਭਾਉਂਦਾ ਉਸ ਭਾਣੇ ਵਿੱਚ ਜਿਹੜਾ ਚੱਲੇ ਉਹ ਸਿੱਖ ਹੈ। ਜਦੋਂ ਕਲਗੀਆਂ ਵਾਲੇ ਪਾਤਸ਼ਾਹ ਖਾਲਸੇ ਪੰਥ ਦੀ ਸਾਜਨਾ ਕਰਦੇ ਨੇ, ਪੰਥ ਦੀ ਸਾਜਨਾ ਕਰਕੇ ਗੁਰਦੇਵ ਜੀ ਬਕਾਇਦਾ ਮਰਿਆਦਾ ਦ੍ਰਿੜ ਕਰਾਉਂਦੇ ਆ, ਰਹਿਤ ਦ੍ਰਿੜ ਕਰਾਉਂਦੇ ਆ
ਔਰ ਕਹਿੰਦੇ ਰਹਿਣੀ ਰਹਿ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸ ਕਾ ਚੇਰਾ। ਰਹਿਤ ਵਿੱਚ ਰਹਿਣਾ, ਮਰਿਆਦਾ 'ਚ ਰਹਿਣਾ, ਸੰਜਮ 'ਚ ਰਹਿਣਾ। ਰਹਿਤ ਮਹਾਰਾਜ ਜੀ ਨੇ ਕਿਤਨੇ ਪ੍ਰਕਾਰ ਦੀ ਦ੍ਰਿੜ ਕਰਾਈ ਹੈ। ਤੋ ਰਹਿਤ ਦੇ ਵਿੱਚ ਪਰਪੱਕ ਹੋ ਕੇ ਜਿਹੜਾ ਵਿਚਰੇ, ਗੁਰੂ ਦੀ ਦੱਸੀ ਹੋਈ ਰਹਿਤ ਦੇ ਅਨੁਸਾਰ ਚੱਲੇ, ਉਹ ਸਿੱਖ ਹੈ। ਗੁਰੂ ਨੇ ਜਿਹੜੀ ਰਹਿਤ ਦੱਸ ਦਿੱਤੀ ਉਹ ਗੁਰੂ ਨੂੰ ਭਾਉਂਦੀ ਹੈ ਨਾ, ਤਾਂ ਹੀ ਸਤਿਗੁਰਾਂ ਨੇ ਦੱਸੀ। ਜਿਹੜੀ ਰਹਿਤ ਗੁਰੂ ਨੂੰ ਭਾਉਂਦੀ ਉਹ ਕਲਗੀਧਰ ਪਾਤਸ਼ਾਹ ਨੇ ਆਪਣੇ ਪੰਥ ਨੂੰ ਦੱਸ ਦਿੱਤੀ। ਜਿਹੜੇ ਕਰਮ ਮਹਾਰਾਜ ਸੱਚੇ ਪਾਤਸ਼ਾਹ ਨੂੰ ਭਾਉਂਦੇ, ਮਹਾਰਾਜ ਜੀ ਨੇ ਆਪਣੇ ਸਿੱਖ ਨੂੰ ਕਰਨ ਨੂੰ ਕਹੇ। ਹੁਣ ਸਿੱਖ ਸਤਿਗੁਰਾਂ ਦੀ ਰਜਾ ਵਿੱਚ ਭਾਣੇ ਵਿੱਚ ਚੱਲੇ, ਜੋ ਗੁਰੂ ਨੂੰ ਭਾਉਂਦਾ ਉਹ ਕਰੇ। ਗੁਰੂ ਖਾਲਸਾ ਜੀ ਉਹੀ ਅਸਲ ਵਿੱਚ ਸਿੱਖ ਹੈ। ਮੇਰੇ ਵਿਦਿਆ ਦਾਤੇ ਉਦਾਸੀਨ ਮਹਾਂਪੁਰਸ਼ ਕੁਝ ਸਮਾਂ ਪਹਿਲਾਂ ਸਰੀਰ ਤਿਆਗ ਗਏ, ਸਵਾਮੀ ਪੰਚਮ ਪ੍ਰਕਾਸ਼ ਜੀ ਉਹਨਾਂ ਦਾ ਨਾਮ ਸੀ। ਮਹਾਨ ਵਿਦਵਾਨ ਵੀ ਸਨ, ਆਤਮਰੰਗੀ ਵੀ ਸਨ। ਉਹਨਾਂ ਪਾਸ ਬੈਠਿਆਂ ਇੱਕ ਦਿਨ ਉਹ ਪੁੱਛਣ ਲੱਗੇ, ਸਿੱਖ ਦੀ ਪਰਿਭਾਸ਼ਾ ਕੀ ਹੈ? ਅਸੀਂ ਆਖਿਆ ਜੀ ਉਸਤਾਦ ਹੋ, ਆਪ ਜੀ ਕਿਰਪਾ ਕਰਕੇ ਦੱਸੋ। ਕਹਿੰਦੇ ਤੁਸੀਂ ਵੀ ਦੱਸੋ, ਤੁਸੀਂ ਵੀ ਗਿਆਨੀ ਹੋ। ਪਾਤਸ਼ਾਹ ਦੀ ਇਹ ਪੰਕਤੀ ਮੈਨੂੰ ਚੇਤੇ ਆਈ ਕਿ ਸਿੱਖ ਉਹ ਹੈ ਜਿਹੜਾ ਗੁਰੂ ਦੇ ਭਾਣੇ 'ਚ ਚੱਲਦਾ। ਉਹ ਅੱਗੋਂ ਕਹਿਣ ਲੱਗੇ, ਭਲਾ ਗੁਰੂ ਨੂੰ ਕੀ ਭਾਉਂਦਾ? ਅਸੀਂ ਆਖਿਆ ਜੀ ਹੁਣ ਤੁਸੀਂ ਦੱਸੋ, ਅੰਤਰਾ ਨਾ ਲਓ। ਕਹਿਣ ਲੱਗੇ, ਬੜੇ ਪਿਆਰੇ ਬਚਨ ਉਹਨਾਂ ਨੇ ਕਹੇ, ਸਿੱਖ ਦੀ ਪਰਿਭਾਸ਼ਾ ਇਹ ਹੈ ਤੇ ਗੁਰੂ ਨੂੰ ਜੋ ਭਾਉਂਦਾ ਹੈ, ਗੁਰੂ ਨੂੰ ਕੀ ਭਾਉਂਦਾ? ਮਲਕ ਭਾਗੋ ਦੇ ਪੂੜੇ ਛੱਡ ਕੇ ਲਾਲੋ ਦੇ ਘਰ ਦੇ ਕੋਦਰੇ ਦਾ ਪ੍ਰਸ਼ਾਦਾ ਪ੍ਰਵਾਨ ਕਰਦਾ, ਇਹ ਗੁਰੂ ਨੂੰ ਭਾਉਂਦਾ। ਇਸ ਪੰਕਤੀ ਵਿੱਚ ਬੜਾ ਡੂੰਘਾ ਸਿਧਾਂਤ ਹੈ। ਐਸਾ ਨਹੀਂ ਕਿ ਗਰੀਬ ਹੈ ਉਹਨੂੰ ਮਿਲਣ ਵਾਸਤੇ ਹੋਰ ਰਸਤਾ ਹੈ, ਕੋਈ VVIP ਹੈ, ਕੋਈ ਅਮੀਰਜ਼ਾਦਾ ਹੈ, ਉਹਨੂੰ ਮਿਲਣ ਵਾਸਤੇ ਰਸਤੇ ਹੋਰ ਨੇ। ਸਿੱਖ ਉਹ ਹੈ ਜਿਹੜਾ ਗਰੀਬ ਤੇ ਅਮੀਰ ਦੋਨਾਂ ਵਿੱਚ ਇੱਕ ਸਮਾਨਤਾ ਦੀ ਦ੍ਰਿਸ਼ਟੀ ਰੱਖਦਾ। ਸਿੱਖ ਉਹ ਹੈ ਕਿ ਗਰੀਬ ਵੇਖ ਕੇ ਕਿਸੇ ਗਰੀਬ ਨੂੰ ਆਪਣੇ ਕੋਲੋਂ ਛਿਛਕੇਰੇ ਨਾ, ਤੇ ਅਮੀਰ ਨੂੰ ਵੇਖ ਕੇ ਉਹਦੇ ਅੱਗੇ ਹੱਥ ਜੋੜ ਕੇ ਜੀਜੜੀਆਂ ਨਾ ਕੱਢਦਾ ਫਿਰੇ, ਭਾਵੇਂ ਉਹ ਗਲਤ ਹੋਵੇ। ਜ਼ਰੂਰੀ ਨਹੀਂ ਕਿ ਅਮੀਰ ਸਾਰੇ ਹੀ ਗਲਤ ਹੁੰਦੇ ਆ। ਜੇ ਮਲਕ ਭਾਗੋ ਸਾਰਾ ਸਾਲ ਲੋਕਾਂ ਦਾ ਖੂਨ ਨਿਚੋੜ ਕੇ ਅਖੀਰ ਨੂੰ ਇੱਕ ਦਿਨ ਲੰਗਰ ਲਾ ਲੈਂਦਾ ਸੀ ਤੇ ਉਹ ਚੰਗਾ ਨਹੀਂ ਸੀ ਹੋ ਜਾਂਦਾ। ਤਦੇ ਪਾਤਸ਼ਾਹ ਨੇ ਉਹਦੇ ਪੂੜੇ ਪ੍ਰਵਾਨ ਨਹੀਂ ਕੀਤੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਭਾਉਂਦਾ ਹੈ ਕਿ ਸਿੱਖ ਮੇਰੀ ਆਗਿਆ ਵਿੱਚ ਚੱਲੇ, ਮੇਰੇ ਹੁਕਮ ਅਨੁਸਾਰ ਚੱਲੇ, ਤਾਂ ਜੋ ਇਹ ਸਿੱਖ ਉਸ ਹੁਕਮ ਦੀ ਆਗਿਆ ਦੀ ਰਜਾ ਵਿੱਚ ਚੱਲਦਾ ਹੋਇਆ ਪਾਰ ਬ੍ਰਹਮ ਪਰਮੇਸ਼ਰ ਦੇ ਸਰੂਪ ਵਿੱਚ ਭੇਦ ਹੋ ਸਕੇ। ਸਿੱਖ ਉਹ ਹੈ ਜਿਹੜਾ ਸਤਿਗੁਰਾਂ ਦੇ ਭਾਣੇ 'ਚ ਚੱਲਦਾ। ਭਾਣਾ ਜਿੰਨੀ ਸਤਿਗੁਰਾਂ ਦੀ ਦੱਸੀ ਰਹਿਤ ਮਰਿਆਦਾ ਹੈ, ਚੌਥੇ ਪਾਤਸ਼ਾਹ ਜੋ ਕਹਿ ਰਹੇ ਨੇ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉਠ ਹਰ ਨਾਮ ਧਿਆਵੈ। ਇਹ ਜਿਹੜੀ ਰਹਿਤ ਸਤਿਗੁਰੂ ਜੀ ਨੇ ਸਿੱਖ ਵਾਸਤੇ ਦੱਸੀ ਹੈ, ਜਾਂ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਸਿੱਖੀ ਦੀ ਜੁਗਤ ਦੱਸੀ ਹੈ, ਉਹਦੇ ਅਨੁਸਾਰ ਜਿਹੜਾ ਚੱਲੇ ਉਹ ਸਿੱਖ ਹੈ। ਔਰ ਇਹੋ ਜਿਹਾ ਸਿੱਖ ਹੀ ਸਾਡਾ ਰਿਸ਼ਤੇਦਾਰ ਹੈ, ਇਹੋ ਜਿਹਾ ਸਿੱਖ ਹੀ ਸਾਡਾ ਭਰਾ ਹੈ, ਇਹੋ ਜਿਹਾ ਸਿੱਖ ਹੀ ਸਾਡਾ ਮਿੱਤਰ ਹੈ, ਜਿਹੜਾ ਗੁਰੂ ਦੇ ਭਾਣੇ 'ਚ ਚੱਲੇ। ਜਿਹੜਾ ਆਪ ਹੁਦਰੀਆਂ ਕਰਦਾ ਫਿਰੇ, ਭੈੜਿਆਂ ਮਨਮੁਖਾਂ ਸਾਖਤਾਂ ਵਾਲੇ, ਦੁਰਜਨਾਂ ਵਾਲੇ, ਭੈੜੇ ਮਾੜੇ ਕਰਮ ਕਰਦਾ ਹੋਵੇ, ਅਸੀਂ ਆਖੀਏ ਸਾਡਾ ਯਾਰ ਦੋਸਤ ਹੈ, ਇਹ ਸਾਡਾ ਰਿਸ਼ਤੇਦਾਰ ਹੈ। ਕਾਹਦਾ ਰਿਸ਼ਤੇਦਾਰ? ਉਹ ਕਾਹਦਾ ਸੰਬੰਧੀ? ਸਾਡਾ ਸੰਬੰਧ ਉਹਨਾਂ ਗੁਰਸਿੱਖਾਂ ਨਾਲ ਹੈ ਜਿਹੜੇ ਸਿੱਖ ਸਤਿਗੁਰਾਂ ਦੇ ਭਾਣੇ 'ਚ ਚੱਲਦੇ ਆ, ਗੁਰੂ ਕੀ ਰਜਾ ਵਿੱਚ ਚੱਲਦੇ ਹਨ। ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਝੂਟਾ ਖਾਵੇ। ਜਿਹੜਾ ਆਪਣੀ ਇੱਛਾ ਅਨੁਸਾਰ ਆਪਣੀ ਆਪ ਹੁਦਰੀ ਨਾਲ ਚੱਲਦਾ, ਵੀ ਗੁਰੂ ਨੂੰ ਜੋ ਭਾਉਂਦਾ ਉਹਨੂੰ ਇੱਕ ਪਾਸੇ ਰੱਖ ਦਿੰਦਾ, ਜੋ ਮੈਨੂੰ ਭਾਵੇ ਮੈਂ ਉਹ ਕਰਾਂ, ਫਿਰ ਗੁਰਸਿੱਖ ਨਹੀਂ ਹੈ। ਸਤਿਗੁਰਾਂ ਦੀ ਦੱਸੀ ਮਰਿਆਦਾ ਨੂੰ ਛਿੱਕੇ ਟੰਗ ਕੇ
ਲੋਕਾਂ ਨੂੰ ਖੁਸ਼ ਕਰਨ ਵਾਸਤੇ ਆਪਣੀ ਮਰਜ਼ੀ ਅਨੁਸਾਰ ਆਪਣੀਆਂ ਰੀਤੀਆਂ ਚਲਾਵੇ, ਫਿਰ ਉਹ ਕਾਹਦਾ ਸਿੱਖ ਹੋਇਆ? ਆਪਣੇ ਭਾਣੇ 'ਚ ਚੱਲਣ ਵਾਲਾ, ਜਿਹਨੂੰ ਗੁਰੂ ਸਾਹਿਬ ਨੂੰ ਪਾਉਂਦਾ, ਸਿੱਖਾ ਤੂੰ ਅੰਮ੍ਰਿਤ ਵੇਲੇ ਉੱਠ ਨਿਤਨੇਮ ਕਰ, ਇਹਨੂੰ ਭਾਵੇਂ ਵੀ ਮੈਂ ਹੁਣ ਝੱਟ ਹੋਰ ਸੋ ਲਾਂ, ਨਿਤਨੇਮ ਤਾਂ ਗੁਰਦੁਆਰੇ ਹੋ ਹੀ ਰਿਹਾ, ਉੱਥੇ ਜਾਵਾਂਗੇ ਮੱਥਾ ਟੇਕਾਂਗੇ ਆਪੇ ਮਿਲ ਜਾਏਗਾ ਫਲ, ਸਾਨੂੰ ਕੀ ਲੋੜ ਹੈ? ਜਦੋਂ ਆਪਣੀ ਇੱਛਾ ਦੇ ਅਨੁਸਾਰ ਆਪ ਹੁਦਰੀਆਂ ਕਰੇ, ਆਪਣੇ ਭਾਣੇ 'ਚ ਚੱਲੇ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਐਸਾ ਵਿਅਕਤੀ ਪਾਰ ਬ੍ਰਹਮ ਪਰਮੇਸ਼ਰ ਤੋਂ ਵਿਛੜਿਆ ਹੋਇਆ ਜੰਮਾਂ ਦੀਆਂ ਚੋਟਾਂ ਖਾਂਦਾ ਹੈ। ਵਿਛੜ ਚੋਟਾਂ ਖਾਏ, ਪਾਰ ਬ੍ਰਹਮ ਪਰਮੇਸ਼ਰ ਤੋਂ ਵਿਛੜਿਆ ਹੋਇਆ ਉਹ ਦਰ ਬਦਰ ਜੰਮਾਂ ਦੀਆਂ ਚੋਟਾਂ ਖਾਂਦਾ ਹੈ। ਬਿਨ ਸਤਿਗੁਰ ਸੁਖ ਕਦੇ ਨਾ ਪਾਵੈ ਭਾਈ, ਫਿਰ ਫਿਰ ਪਛੋਤਾਵੈ। ਸਤਿਗੁਰਾਂ ਦੀ ਸੇਵਾ ਕੀਤੇ ਬਿਨਾ, ਗੁਰੂ ਪਾਤਸ਼ਾਹ ਦੀ ਸ਼ਰਨ ਵਿੱਚ ਆਏ ਬਿਨਾ ਕਦੇ ਵੀ ਸੁਖ ਦੀ ਪ੍ਰਾਪਤੀ ਨਹੀਂ ਹੁੰਦੀ। ਔਰ ਇਹੋ ਜਿਹੇ ਮਨੁੱਖ ਮੁੜ ਮੁੜ ਕੇ ਬਾਰ-ਬਾਰ ਪਛਤਾਵਾ ਕਰਦੇ ਨੇ ਕਿ ਅਸੀਂ ਸਤਿਗੁਰਾਂ ਦੀ ਸ਼ਰਨ 'ਚ ਪੈ ਕੇ ਕਿਉਂ ਨਾ ਗੁਰੂ ਦੀ ਸ਼ਰਨ ਵਿੱਚ ਸਮਰਪਿਤ ਹੋਏ, ਕਿਉਂ ਨਾ ਗੁਰੂ ਦੀ ਸੇਵਾ ਕੀਤੀ। ਹਰ ਕੇ ਦਾਸ ਸੁਹੇਲੇ ਭਾਈ, ਹਰੀ ਦੇ ਦਾਸ ਸਦਾ ਹੀ ਸੁਖੀ ਨੇ। ਸੁਹੇਲੇ ਦਾ ਅਰਥ ਹੈ ਸੁਖੀ। ਜਹ ਜਾਈਐ ਤਹਾਂ ਸੁਹੇਲੇ। ਹਰੀ ਦੇ ਦਾਸ ਜਿੱਥੇ ਜਾਣ ਉੱਥੇ ਹੀ ਆਨੰਦ 'ਚ ਨੇ, ਉਹਨਾਂ ਲਈ ਉੱਥੇ ਹੀ ਸੁੱਖ ਹੈ, ਕਿਉਂਕਿ ਜਿੱਥੇ ਜਾਣਾ ਉਹਨਾਂ ਆਪਣੇ ਮਾਲਕ ਨੂੰ ਚੇਤੇ ਰੱਖਣਾ, ਆਪਣੇ ਵਾਹਿਗੁਰੂ ਨੂੰ ਚੇਤੇ ਰੱਖਣਾ। ਇਸ ਕਰਕੇ ਹਰੀ ਦੇ ਦਾਸ ਸਦਾ ਹੀ ਸੁਖੀ ਹਨ, ਉਹ ਸਦਾ ਹੀ ਆਤਮਿਕ ਖੇੜੇ ਦੇ ਆਨੰਦ ਵਿੱਚ ਰਹਿੰਦੇ ਹਨ। ਜਨਮ ਜਨਮ ਕੇ ਕਿਲ ਬਿਖ ਦੁਖ ਕਾਟੇ, ਆਪੇ ਮੇਲ ਮਿਲਾਈ। ਸਤਿਗੁਰੂ ਜੀ ਆਪਣੇ ਸੇਵਕਾਂ ਦੇ ਜਨਮ ਜਨਮਾਂਤਰਾਂ ਦੇ ਕੀਤੇ ਹੋਏ ਪਾਪਾਂ ਦੇ ਦੁੱਖਾਂ ਨੂੰ ਕੱਟ ਦਿੰਦੇ, ਕਿਉਂਕਿ ਪਾਪ ਹੀ ਦੁੱਖ ਦਾ ਬੀਜ ਨੇ। ਜਨਮਾਂ ਜਨਮਾਂ ਦੇ ਕੀਤੇ ਹੋਏ ਪਾਪਾਂ ਨੂੰ ਔਰ ਦੁੱਖਾਂ ਨੂੰ ਸਤਿਗੁਰੂ ਜੀ ਕੱਟ ਕੇ ਆਪ ਤਰਸ ਕਰਕੇ ਆਪਣੇ ਸੇਵਕ ਨੂੰ ਆਪਣੇ ਨਾਲ ਮਿਲਾ ਲੈਂਦੇ ਹਨ, ਆਪਣੇ ਵਿੱਚ ਅਭੇਦ ਕਰ ਲੈਂਦੇ ਹਨ। ਇਹ ਰਹਾਉ ਦੀਆਂ ਪਾਵਨ ਪੰਕਤੀਆਂ ਹਨ। ਰਹਾਉ ਇਹੋ ਕੁਟੰਬ ਸਭ ਜੀਅ ਕੇ ਬੰਧਨ ਪਾਈ, ਭਰਮ ਭੁੱਲਾ ਸਹਿ ਸਾਰਾ। ਪਾਤਸ਼ਾਹ ਕਹਿੰਦੇ ਆ ਜਿਹੜਾ ਕੁਟੰਬ ਹੈ, ਟੱਬਰ ਹੈ, ਇਹਦਾ ਮੋਹ ਬੰਨਦਾ, ਟੱਬਰ ਨਹੀਂ ਬੰਨਦਾ, ਕੁਟੰਬ ਨਹੀਂ ਬੰਨਦਾ। ਕੁਟੰਬ ਦਾ ਮੋਹ ਬੰਧਨ ਹੈ, ਕਿਉਂਕਿ ਬੜੇ ਬੜੇ ਆਤਮਦਰਸ਼ੀ ਗੁਰਸਿੱਖ ਉਹ ਗ੍ਰਸਤ ਮਾਰਗ ਵਿੱਚ ਰਹਿੰਦੇ ਹੀ ਆਤਮ ਸੱਤ ਨੂੰ, ਆਤਮ ਆਨੰਦ ਨੂੰ ਪ੍ਰਾਪਤ ਹੋਏ ਨੇ। ਕੁਟੰਬ ਦਾ ਮੋਹ, ਜੇ ਕੋਈ ਘਰ-ਬਾਰ ਤਿਆਗੀ ਹੋ ਕੇ ਕੋਈ ਬਾਹਰ ਆਪਣਾ ਆਸ਼ਰਮ ਬਣਾ ਲਵੇ, ਡੇਰਾ ਬਣਾ ਲਵੇ, ਤੇ ਉੱਥੇ ਡੇਰੇ ਦਾ ਮੋਹ ਕਰੀ ਜਾਵੇ, ਤੇ ਐਸਾ ਥੋੜ੍ਹੀ ਹੈ ਵੀ ਉੱਥੇ ਜਾ ਕੇ ਉਹ ਮੁਕਤ ਹੋ ਜਾਏਗਾ। ਉੱਥੇ ਚੇਲਿਆਂ ਦਾ ਮੋਹ ਆ ਜਾਏ। ਮੋਹ ਤਾਂ ਜਿੱਥੇ ਕਿਸੇ ਵੀ ਵਸਤੂ ਦਾ, ਕਿਸੇ ਵੀ ਪਦਾਰਥ ਦਾ, ਕਿਸੇ ਵੀ ਜੀਅ ਦਾ ਜਿਹੜਾ ਮੋਹ ਹੈ ਉਹ ਬੰਧਨ ਹੈ। ਪੰਜਾਂ ਵਿਕਾਰਾਂ ਦਾ ਜਿਹੜਾ ਰਾਜਾ ਹੈ ਨਾ, ਜਿਹਦੇ ਅਧੀਨ ਚਾਰੇ ਚੱਲਦੇ ਨੇ, ਉਹ ਰਾਜਾ ਮੋਹ ਹੈ। ਮੋਹ ਦੇ ਅਧੀਨ ਹੀ ਨੇ ਕਾਮ, ਕ੍ਰੋਧ, ਲੋਭ ਤੇ ਹੰਕਾਰ। ਸਾਹਿਬ ਕਹਿੰਦੇ ਜਿਹੜਾ ਕੁਟੰਬ ਹੈ, ਇਸ ਕੁਟੰਬ ਦਾ ਜਿਹੜਾ ਮੋਹ ਹੈ, ਇਹੀ ਜੀਵ ਦੇ ਵਾਸਤੇ ਬੰਧਨ ਹੈ। ਇਹ ਜੀਵਾਂ ਲਈ ਬੰਧਨ ਬਣਿਆ ਹੋਇਆ, ਔਰ ਇਸ ਬੰਧਨ ਵਿੱਚ ਪਏ ਹੋਏ ਸੰਸਾਰ ਦੇ ਜੀਵ ਭਰਮ ਦੇ ਵਿੱਚ ਭੁੱਲੇ ਹੋਏ ਹਨ। ਬਿਨ ਗੁਰ ਬੰਧਨ ਟੂਟਹਿ ਨਾਹੀ, ਗੁਰਮੁਖ ਮੋਖ ਦੁਆਰਾ। ਗੁਰੂ ਤੋਂ ਬਿਨਾ ਬੰਧਨ ਨਹੀਂ ਟੁੱਟਦਾ। ਇਹ ਮੋਹ ਦਾ ਬੰਧਨ ਵੀ ਗੁਰੂ ਤੋਂ ਬਿਨਾ ਨਹੀਂ ਟੁੱਟਦਾ। ਸਤਿਗੁਰੂ ਸੱਚੇ ਪਾਤਸ਼ਾਹ ਜਦੋਂ ਕਿਰਪਾ ਕਰਦੇ ਆ ਤਾਂ ਇਹ ਬੰਧਨ ਤੋਂ ਬੰਦ ਖਲਾਸੀ ਹੁੰਦੀ ਹੈ। ਗੁਰੂ ਸਾਹਿਬ ਕਿਵੇਂ ਬੰਧਨ ਮੁਕਤ ਕਰਦੇ ਨੇ? ਪਾਤਸ਼ਾਹ ਕਹਿੰਦੇ ਗੁਰ ਮੁਖ ਮੋਖ ਦੁਆਰਾ। ਜਿਹੜਾ ਗੁਰੂ ਦਾ ਮੁਖ ਹੈ ਨਾ, ਗੁਰੂ ਦੇ ਮੁਖ ਦੁਆਰਾ ਦਿੱਤਾ ਹੋਇਆ ਜਿਹੜਾ ਗਿਆਨ ਹੈ,
ਉਹ ਗਿਆਨ ਹੀ ਮੁਕਤੀ ਦਾ ਦਰਵਾਜ਼ਾ ਹੈ। ਮਹਾਰਾਜ ਜੀ ਨੇ ਬਕਾਇਦਾ ਨਾਲ ਸ਼ਰਤ ਰੱਖ ਦਿੱਤੀ ਹੈ, ਉਹ ਗਿਆਨ ਜਿਹੜਾ ਗਿਆਨ ਗੁਰੂ ਦੇ ਮੁਖ ਦੁਆਰਾ ਉਚਰਿਆ ਗਿਆ ਹੋਵੇ। ਗਿਆਨ ਤਾਂ ਬੜੇ ਬੜੇ ਮੇਰੇ ਵਰਗੇ ਗਿਆਨੀ ਵੀ ਘਰੋੜਦੇ ਹੋਣਗੇ, ਪਰ ਜਿਹੜਾ ਗੁਰੂ ਦਾ ਗਿਆਨ ਹੈ, ਜੋ ਸਤਿਗੁਰੂ ਜੀ ਨੇ ਆਪਣੇ ਮੁਖ ਦੁਆਰਾ ਗਿਆਨ ਦਿੱਤਾ ਹੈ, ਉਹ ਗਿਆਨ ਹੀ ਮੋਖ ਦਾ, ਮੁਕਤੀ ਦਾ ਦਰਵਾਜ਼ਾ ਹੈ। ਬਿਨਾਂ ਗਿਆਨ ਤੋਂ ਮੋਕਸ਼ ਦੀ ਪ੍ਰਾਪਤੀ ਨਹੀਂ ਹੈ। ਇਹ ਸਾਰੇ ਧਰਮ ਗ੍ਰੰਥ ਕਹਿੰਦੇ ਆ, ਸਾਰੇ ਸ਼ਾਸਤਰ ਕਹਿੰਦੇ ਆ ਕਿ ਜਦੋਂ ਗਿਆਨ ਹੋਵੇ, ਬ੍ਰਹਮ ਗਿਆਨ ਹੋਵੇ, ਆਤਮਾ ਦਾ ਸਾਖਸ਼ਾਤਕਾਰ ਹੋਵੇ, ਤਦੇ ਬੰਧਨਾਂ ਤੋਂ ਮੁਕਤੀ ਹੁੰਦੀ ਹੈ। ਜਦੋਂ ਤੱਕ ਆਤਮਾ ਦਾ ਸਾਖਸ਼ਾਤਕਾਰ ਨਹੀਂ, ਉਦੋਂ ਤੱਕ ਬੰਧਨ ਵਿੱਚ ਆ। ਸੁਪਨੇ ਵਿੱਚ ਪਿਆ ਹੋਇਆ ਮਨੁੱਖ ਜਦੋਂ ਤੱਕ ਵਿਦਿਆ ਦੀ ਨੀਂਦ ਕਿ ਸੁੱਤਾ ਪਿਆ ਸੁਪਨਾ ਵੇਖ ਰਿਹਾ, ਉਦੋਂ ਤੱਕ ਬੰਧਨ ਵਿੱਚ ਹੈ। ਜਦੋਂ ਜਾਗ ਪਿਆ ਗਿਆਨ ਦੀ ਅਵਸਥਾ ਵਿੱਚ, ਫਿਰ ਉਹ ਸੁਪਨਾ ਚਲਾ ਜਾਂਦਾ, ਉਹ ਬੰਧਨ ਚਲਾ ਜਾਂਦਾ। ਇਸੇ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਮੁਖ ਦੁਆਰਾ ਜਿਹੜਾ ਗਿਆਨ ਪ੍ਰਾਪਤ ਹੁੰਦਾ ਹੈ, ਧੰਨ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਕਹਿੰਦੇ ਉਹੀ ਮੁਕਤੀ ਦਾ ਦੁਆਰਾ ਹੈ, ਮੁਕਤੀ ਦਾ ਦਰਵਾਜ਼ਾ ਹੈ। ਕਰਮ ਕਰਹਿ ਗੁਰ ਸ਼ਬਦ ਨਾ ਪਛਾਣਹਿ, ਮਰ ਜਨਮ ਹੈ ਵਾਰੋ ਵਾਰਾ। ਕਹਿੰਦੇ ਜਿੰਨੇ ਮਰਜ਼ੀ ਕਰਮ ਕਾਂਡ ਕਰੀ ਜਾਵੇ ਸੰਸਾਰ ਦੇ, ਆਖੇ ਵੀ ਮੈਂ ਆ ਵੀ ਚੰਗਾ ਕੰਮ ਕਰਦਾ, ਆ ਵੀ ਚੰਗਾ ਕੰਮ ਕਰਦਾ, ਜੇ ਸਤਿਗੁਰਾਂ ਦੇ ਉਪਦੇਸ਼ ਨੂੰ ਨਹੀਂ ਪਛਾਣਦਾ, ਗੁਰੂ ਉਪਦੇਸ਼ ਨੂੰ ਨਹੀਂ ਬੁੱਝਦਾ, ਗੁਰੂ ਉਪਦੇਸ਼ ਨੂੰ ਹਿਰਦੇ 'ਚ ਨਹੀਂ ਵਸਾਉਂਦਾ, ਕਹਿੰਦੇ ਉਦੋਂ ਤੱਕ ਕਿ ਬਾਰ-ਬਾਰ ਜੰਮਦਾ ਤੇ ਮਰਦਾ ਰਹਿੰਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਬਚਨ ਨੇ, ਉਹ ਕਹਿੰਦੇ ਗੁਰਮੁਖ ਹਿਰਦਾ ਅਮੁੱਲ ਹੈ, ਗੁਰਮੁਖ ਹਿਰਦਾ ਅਮੁੱਲ ਹੈ, ਅੰਦਰ ਗੁਰ ਉਪਦੇਸ਼ ਵਸਾਏ। ਫਿਰ ਇੱਕ ਜਗ੍ਹਾ ਤੇ ਕਹਿੰਦੇ ਗੁਰ ਉਪਦੇਸ਼ ਨਾ ਵਿਸਰੈ, ਬਾਬੀਹਾ ਧਿਆਵੈ। ਗੁਰਮੁਖ ਦਾ ਹਿਰਦਾ ਇਤਨਾ ਅਮੋਲਕ ਹੈ। ਕਿਉਂ ਅਮੋਲਕ ਹੈ? ਕਿਉਂਕਿ ਗੁਰਮੁਖ ਦੇ ਹਿਰਦੇ 'ਚ ਗੁਰੂ ਦਾ ਉਪਦੇਸ਼ ਵਸਦਾ, ਗੁਰੂ ਦਾ ਸ਼ਬਦ ਵਸਦਾ। ਤੇ ਜੇ ਕੋਈ ਗੁਰ ਸ਼ਬਦ ਨੂੰ ਪਛਾਣੇ ਹੀ ਨਾ, ਗੁਰ ਸ਼ਬਦ ਦਾ ਧਾਰਨੀ ਨਾ ਹੋਵੇ, ਗੁਰੂ ਉਪਦੇਸ਼ ਦਾ ਧਾਰਨੀ ਨਾ ਹੋਵੇ, ਤੇ ਜਿੰਨੇ ਮਰਜ਼ੀ ਸੰਸਾਰ ਦੇ ਕਰਮ ਕਰੀ ਜਾਵੇ, ਮਹਾਰਾਜ ਜੀ ਕਹਿੰਦੇ ਆ ਇਹੋ ਜਿਹੇ ਮਨੁੱਖ ਬਾਰ-ਬਾਰ ਜੰਮਦੇ ਨੇ ਔਰ ਬਾਰ-ਬਾਰ ਮਰਦੇ ਰਹਿੰਦੇ ਹਨ। ਓ ਮੇਰਾ ਜਗ ਪਲਚ ਰਹਿਆ ਭਾਈ, ਕੋਈ ਨਾ ਕਿਸ ਹੀ ਕੇਰਾ। ਇਹ ਮੇਰਾ ਹੈ, ਇਹ ਮਮਤਾ, ਹੰਗਤਾ ਮਮਤਾ ਦੀ ਬਿਰਤੀ, ਇਸੇ ਵਿੱਚ ਹੀ ਸਾਰਾ ਜਗ ਪਲਚ ਦਾ ਮਤਲਬ ਹੁੰਦਾ ਉਲਝਿਆ ਹੋਇਆ। ਇਹਨੂੰ ਰਾਗ ਦਵੈਸ਼ ਵੀ ਕਹਿ ਸਕਦੇ ਆ। ਇਹ ਮੇਰਾ ਤੇਰਾ, ਇਸ ਰਾਗ ਦਵੈਸ਼ ਵਿੱਚ, ਹੰਗਤਾ ਤੇ ਮਮਤਾ ਦੀ ਬਿਰਤੀ ਵਿੱਚ ਸਾਰਾ ਜਗ ਉਲਝਿਆ ਹੋਇਆ ਭਾਈ। ਅਸਲੀਅਤ ਇਹ ਹੈ, ਇਹ ਭੁਲੇਖਾ ਹੀ ਹੈ ਮਨੁੱਖ ਨੂੰ, ਆ ਵੀ ਮੇਰਾ, ਆ ਵੀ ਮੇਰਾ। ਤੀਸਰੇ ਪਾਤਸ਼ਾਹ ਕਹਿੰਦੇ ਆ ਕੋਈ ਕਿਸੇ ਦਾ ਨਹੀਂ ਹੈ। ਤੇਰਾ ਜਿਹੜਾ ਨਿਜ ਆਪਾ ਹੈ ਨਾ, ਬਸ ਉਹੀ ਤੇਰਾ ਹੈ, ਉਹਦੇ ਤੋਂ ਇਲਾਵਾ ਕੋਈ ਕਿਸੇ ਦਾ ਨਹੀਂ। ਗੁਰਮੁਖ ਮਹਿਲ ਪਾਇਨ ਗੁਣ ਗਾਵਨ, ਨਿਜ ਕਾਰ ਹੋਏ ਬਸੇਰਾ। ਜਿਹੜੇ ਗੁਰਮੁਖ ਨੇ ਭਾਈ, ਗੁਰੂ ਦੇ ਮੁਖ ਦੁਆਰਾ ਉਪਦੇਸ਼ ਲੈਣ ਵਾਲੇ, ਉਹਨਾਂ ਨੂੰ ਆਪਣੇ ਸਰੂਪ ਮਹਿਲ ਦੀ ਪ੍ਰਾਪਤੀ ਹੋ ਜਾਂਦੀ ਹੈ, ਆਪਣੇ ਨਿਜ ਸਰੂਪ ਮਹਿਲ ਦੀ ਪ੍ਰਾਪਤੀ ਹੋ ਜਾਂਦੀ ਹੈ। ਫਿਰ ਉਹ ਵਾਹਿਗੁਰੂ ਦੇ ਗੁਣ ਗਾਉਂਦੇ ਹੈ, ਨਿਰੰਕਾਰ ਦੇ ਗੁਣ ਗਾ ਕੇ ਆਪਣੇ ਨਿਜ ਘਰ ਵਿੱਚ, ਆਪਣੇ ਨਿਜ ਸਰੂਪ ਵਿੱਚ ਜਾ ਟਿਕਦੇ ਹਨ। ਆਥਾ ਬੂਝੈ ਸੋ ਆਪ ਪਛਾਣੈ, ਹਰ ਪ੍ਰਭ ਹੈ ਤਿਸ ਕੇਰਾ। ਜਿਹੜਾ ਇੱਥੇ ਆਪਣੇ ਆਪ ਨੂੰ ਬੁੱਝ ਲੈਂਦਾ ਹੈ, ਇਸ ਮਨੁੱਖੀ ਸਰੀਰ ਵਿੱਚ, ਕਾਇਆ ਵਿੱਚ ਰਹਿ ਕੇ, ਉਹੀ ਆਪਣੇ ਆਪ ਨੂੰ ਪਛਾਣਦਾ ਹੈ। ਤੇ ਜਿਹੜਾ ਆਪੇ ਨੂੰ ਪਛਾਣ ਲਵੇ, ਹਰੀ ਪ੍ਰਭੂ ਉਸੇ ਦਾ ਹੋ ਜਾਂਦਾ। ਰੱਬ ਕਹਿੰਦਾ ਸਿੱਖਾ, ਐ ਜੀਵ, ਮੈਂ ਤੇਰੇ ਤੋਂ ਵੱਖਰਾ ਨਹੀਂ, ਬਸ ਤੂੰ ਆਪਣੇ ਆਪ ਨੂੰ ਪਛਾਣ, ਮੈਂ ਤਾਂ ਤੇਰਾ ਬਣਨ ਨੂੰ ਖੜਾ। ਤੂੰ ਆਪਣੇ ਆਪੇ ਨੂੰ ਪਛਾਣਦਾ ਨਹੀਂ। ਸਾਹਿਬ ਕਹਿੰਦੇ ਜਦੋਂ ਇਹ ਆਪਣੇ ਆਪੇ ਨੂੰ ਪਛਾਣ ਲਵੇ ਮੇਰਾ ਸਰੂਪ ਕੀ ਹੈ, ਕਹਿੰਦੇ ਹਰੀ ਪ੍ਰਭੂ ਉਸੇ ਦਾ ਹੋ ਜਾਂਦਾ ਹੈ। ਸਤਿਗੁਰੂ ਸਦਾ ਦਇਆਲ ਹੈ ਭਾਈ,
ਵਿਣ ਭਾਗਾ ਕਿਆ ਪਾਈਐ। ਸਤਿਗੁਰੂ ਜੀ ਸਦਾ ਹੀ ਦਇਆਲ ਹਨ। ਸਤਿਗੁਰੂ ਜੀ ਸਦਾ ਹੀ ਦਇਆ ਦੇ ਘਰ ਵਿੱਚ ਆਉਂਦੇ ਹਨ, ਪਰ ਭਾਗਾਂ ਤੋਂ ਬਿਨਾਂ ਨਹੀਂ ਕੁਝ ਲੱਭਦਾ। ਜੋ ਭਾਗਾਂ ਵਿੱਚ ਹੈ ਉਹ ਪ੍ਰਾਪਤ ਹੁੰਦਾ ਹੈ। ਏਕ ਨਦਰ ਕਰ ਵੇਖੈ ਸਭ ਉਪਰ, ਜਿਹਾ ਭਾਉ ਤੇਹਾ ਫਲ ਪਾਈਐ। ਕਹਿੰਦੇ ਸਤਿਗੁਰੂ ਜੀ ਕਿਸੇ ਨਾਲ ਦਵੰਜ ਥੋੜੀ ਰੱਖਦੇ ਆ, ਵੀ ਇੱਕ ਤੇ ਤਰਸ ਕਰ ਦਿੱਤਾ ਤੇ ਇੱਕ ਤੇ ਕਿਹਾ ਵੀ ਨਾ ਪਰੇ ਹਟ ਜਾ। ਮੇਰੇ ਸਤਿਗੁਰਾਂ ਦੀ ਐਸੀ ਦ੍ਰਿਸ਼ਟੀ ਨਹੀਂ। ਮੇਰੇ ਸਤਿਗੁਰੂ ਜੀ ਤਾਂ ਸਾਰਿਆਂ ਤੇ ਇੱਕੋ ਜਿਹਾ ਵੇਖਦੇ ਆ। ਆ ਸੂਰਜ ਚੜ੍ਹਿਆ, ਕਿ ਇਹ ਚੜ੍ਹਿਆ ਹੋਇਆ ਸੂਰਜ ਉਹਨਾਂ ਨੂੰ ਹੀ ਰੋਸ਼ਨੀ ਦਿੰਦਾ ਜਿਹੜੇ ਨੂੰ ਮੱਥਾ ਟੇਕਦੇ ਆ। ਜਿਹੜੇ ਇਹਨੂੰ ਮਾੜਾ ਕਹਿੰਦੇ ਆ ਕਿ ਉਹਨਾਂ ਨੂੰ ਰੋਸ਼ਨੀ ਨਹੀਂ ਦਿੰਦਾ। ਇਹਦੀ ਰੋਸ਼ਨੀ ਜਿਵੇਂ ਸਾਰਿਆਂ ਲਈ ਇੱਕੋ ਜਿਹੀ ਹੈ, ਪਰ ਉੱਲੂਆਂ ਨੂੰ ਨਹੀਂ ਚੰਗਾ ਲੱਗਦਾ। ਕਿਉਂ? ਉੱਲੂਆਂ ਦੀ ਨਿਗਾਹ ਵਿੱਚ, ਉਹਨਾਂ ਦੀ ਨਜ਼ਰ ਵਿੱਚ, ਚਮਗਿੱਦੜਾਂ ਦੀ ਨਜ਼ਰ ਵਿੱਚ ਹੀ ਕੁਦਰਤ ਨੇ ਇਹੋ ਜਿਹਾ ਰੰਗ ਬਣਾਇਆ ਕਿ ਸੂਰਜ ਚੜ੍ਹਦਿਆਂ ਉਹ ਅੰਨੇ ਹੋ ਜਾਂਦੇ ਨੇ। ਇਹਦੇ ਵਿੱਚ ਸੂਰਜ ਦਾ ਕੀ ਕਸੂਰ ਹੈ ਭਾਈ? ਸਤਿਗੁਰਾਂ ਦੀ ਦਇਆ ਸਾਰਿਆਂ ਤੇ ਇੱਕ ਸਮਾਨ ਹੈ। ਜਿਹੋ ਜੀ ਕੋਈ ਭਾਵਨਾ ਲੈ ਕੇ ਗੁਰੂ ਪਾਸ ਆਉਂਦਾ ਹੈ, ਉਹਨੂੰ ਉਸੇ ਤਰ੍ਹਾਂ ਦਾ ਫਲ ਪ੍ਰਾਪਤ ਹੋ ਜਾਂਦਾ। ਸ੍ਰੀ ਅਨੰਦਪੁਰ ਸਾਹਿਬ ਬਾਜਾਂ ਵਾਲੇ ਸੁਆਮੀ ਸੁਭਾਏ ਮਾਨ ਨੇ, ਰਾਜੇ ਭੀਮ ਚੰਦ ਦੇ ਵਜ਼ੀਰ ਆਏ ਨੇ, ਅਹਿਲਕਾਰ ਆਏ ਨੇ, ਪੰਮਾ ਪ੍ਰੋਹਿਤ ਆਇਆ, ਸਾਹਿਬ ਦੇ ਚਰਨਾਂ 'ਚ ਆ ਕੇ ਬੇਨਤੀ ਕਰਦਾ, ਮਹਾਰਾਜ ਰਾਜਾ ਭੀਮ ਚੰਦ ਤੁਹਾਡੇ ਕੋਲੋਂ ਮਾਫੀ ਮੰਗਦਾ ਹੈ, ਕਿਉਂਕਿ ਉਹ ਪਹਿਲਾਂ ਆਪ ਜੀ ਦੇ ਨਾਲ ਜੰਗ ਕਰ ਲਿਆ ਉਹਨੇ ਕਹਿਣ ਕਹਾਉਣ ਤੇ, ਪਰ ਉਹਨੂੰ ਪਛਤਾਵਾ ਹੈ। ਕਲਗੀਧਰ ਸਾਹਿਬ ਨੇ ਬਚਨ ਕਹੇ ਜੋ ਮਹਾਂਕਵੀ ਭਾਈ ਸੰਤੋਖ ਸਿੰਘ ਜੀ ਗੁਰਪ੍ਰਤਾਪ 'ਚ ਲਿਖਦੇ ਹੈ। ਮਹਾਰਾਜ ਜੀ ਕਹਿੰਦੇ ਆ ਭੀਮ ਚੰਦ ਨੂੰ ਕਹੋ ਗੁਰੂ ਘਰ ਸ਼ੀਸ਼ੇ ਦੇ ਸਮਾਨ ਹੈ, ਜੇ ਮਿੱਤਰਤਾ ਦਾ ਰੂਪ ਲੈ ਕੇ ਆਵੇਗਾ ਤੇ ਵੇਖੇਗਾ ਤੇ ਅੱਗੋਂ ਉਹਨੂੰ ਮਿੱਤਰ ਹੀ ਨਜ਼ਰ ਆਵੇਗਾ, ਤੇ ਜੇ ਦੁਸ਼ਮਣੀ ਵਾਲਾ ਚਿਹਰਾ ਲੈ ਕੇ ਆਵੇਗਾ ਤੇ ਫਿਰ ਅੱਗੋਂ ਉਸ ਨੂੰ ਉਸੇ ਤਰ੍ਹਾਂ ਦਾ ਸਰੂਪ ਨਜ਼ਰ ਆਵੇਗਾ। ਇਹ ਸ਼ੀਸ਼ਾ, ਇੱਥੇ ਜਿਹੋ ਜਿਹਾ ਕੋਈ ਚਿਹਰਾ ਲੈ ਕੇ ਆਵੇਗਾ ਉਹਨੂੰ ਉਦਾਂ ਦਾ ਹੀ ਨਜ਼ਰ ਆ ਜਾਣਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਦ੍ਰਿਸ਼ਟੀ ਸਾਰਿਆਂ ਲਈ ਇੱਕ ਸਮਾਨ ਹੈ, ਪਰ ਜਿਹੋ ਜੀ ਕੋਈ ਭਾਵਨਾ ਲੈ ਕੇ ਸਾਹਿਬ ਦੇ ਚਰਨਾਂ 'ਚ ਆਉਂਦਾ ਹੈ, ਸਤਿਗੁਰਾਂ ਕੋਲੋਂ ਤੈਸਾ ਫਲ ਉਹਨੂੰ ਪ੍ਰਾਪਤ ਹੁੰਦਾ ਹੈ। ਨਾਨਕ ਨਾਮ ਵਸੈ ਮਨ ਅੰਤਰ, ਵਿੱਚੋਂ ਆਪ ਗਵਾਈਐ। ਧੰਨ ਸ੍ਰੀ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਜੀ ਮਹਾਰਾਜ ਜੀ ਕਹਿੰਦੇ ਆ, ਜਿਨ੍ਹਾਂ ਦੇ ਮਨ ਅੰਦਰ ਨਾਮ ਵਸਦਾ ਹੈ। ਨਾਮ ਕਿਹਨਾਂ ਦੇ ਅੰਦਰ ਵਸਦਾ? ਪਾਤਸ਼ਾਹ ਕਹਿੰਦੇ ਜਿਹੜੇ ਆਪਣੇ ਵਿੱਚੋਂ ਆਪਣੇ ਆਪੇ ਭਾਵ ਨੂੰ ਗਵਾ ਦਿੰਦੇ ਆ, ਆਪਣੀ ਮੈਂ ਮੇਰੀ ਨੂੰ, ਆਪਣੀ ਹੰਗਤਾ ਨੂੰ ਮਿਟਾ ਦਿੰਦੇ ਆ, ਉਹਨਾਂ ਦੇ ਹਿਰਦਿਆਂ ਵਿੱਚ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦਾ ਅੰਮ੍ਰਿਤ ਨਾਮ ਵਸਦਾ ਹੈ। ਲੜੀਵਾਰ ਕਥਾ ਮਹਾਰਾਜ ਜੀ ਦੀ ਪਾਵਨ ਸਰੂਪ ਦੇ ਸਥਾਨ ਤੇ ਚੱਲ ਰਹੀ ਹੈ। ਰਾਮ ਕਲੀ ਰਾਗ ਵਿੱਚ 887 ਅੰਗ ਤੇ ਇਹ ਪਾਵਨ ਕਥਾ ਪਹੁੰਚੀ ਹੈ। ਪੰਜਵੇਂ ਪਾਤਸ਼ਾਹ ਦੇ ਪਾਵਨ ਅੰਮ੍ਰਿਤ ਬਚਨਾਂ ਦੀ ਵਿਚਾਰ ਚੱਲ ਰਹੀ ਹੈ। ਸਰਵਣ ਕਰੀਏ ਜੀ। ਰਾਮ ਕਲੀ ਮਹੱਲਾ ਪੰਜਵਾ, ਸੇਵਕ ਲਾਇਓ ਆਪਣੀ ਸੇਵ। ਰਾਮ ਕਲੀ ਰਾਗ ਹੈ। ਇਹ ਰਾਮ ਕਲੀ ਰਾਗ ਯੋਗੀਆਂ ਨੂੰ ਬੜਾ ਪ੍ਰਿਯਤਮ ਰਾਗ ਰਿਹਾ ਹੈ। ਡਾਕਟਰ ਭਾਈ ਵੀਰ ਸਿੰਘ ਜੀ ਦੇ ਛੋਟੇ ਭਰਾਤਾ ਹੋਏ ਨੇ ਡਾਕਟਰ ਬਲਵੀਰ ਸਿੰਘ। ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਨਿਰੁਕਤ ਲਿਖਿਆ। ਉਕਤੀ ਸਹਿਤ ਸ਼ਬਦ ਨੂੰ ਬਿਆਨ ਕਰਨ ਦਾ ਨਾਮ ਹੈ ਨਿਰੁਕਤ। ਉਸ ਨਿਰੁਕਤ ਦੀ ਭੂਮਿਕਾ ਡਾਕਟਰ ਬਲਵੀਰ ਸਿੰਘ ਜੀ ਨੇ ਲਿਖੀ ਹੈ, ਬੜੇ ਕਮਾਲ ਦੀ। ਮੈਂ ਅਕਸਰ ਵੇਰਵਾ ਤਾਂ ਦੇ ਦਿੰਦਾ ਹਾਂ ਕਿਤਾਬਾਂ ਦਾ, ਪੁਸਤਕਾਂ ਦਾ, ਕਿ ਜਿਹੜੇ ਪੜ੍ਹਨ ਦੇ ਸ਼ੌਕੀਨ ਨੇ, ਜਿਨ੍ਹਾਂ ਨੂੰ ਪੜ੍ਹਨ ਦਾ ਸ਼ੌਂਕ ਹੈ, ਵੈਸੇ ਤਾਂ ਬਹੁਤ ਘੱਟ ਸ਼ੌਂਕ ਹੈ ਸਾਨੂੰ ਸਿੱਖਾਂ ਨੂੰ, ਪੰਜਾਬ ਦੇ ਰਹਿਣ ਵਾਲੇ ਪੰਜਾਬੀਆਂ ਨੂੰ, ਪਰ ਬਹੁਤੇ ਪੜ੍ਹਨ ਦੇ ਇੱਛੁਕ ਵੀ ਹੁੰਦੇ ਹੈ, ਉਹਦੀ ਭੂਮਿਕਾ ਜ਼ਰੂਰ ਪੜ੍ਹੋ। ਭਾਸ਼ਾ ਵਿਭਾਗ ਤੋਂ ਛਪਿਆ ਹੋਇਆ ਮਿਲਦਾ। ਉਹਦੇ 'ਚ ਉਹਨਾਂ ਨੇ ਬੜਾ ਸੁੰਦਰ ਇਹਨਾਂ ਰਾਗਾਂ ਦੇ ਬਾਰੇ ਬੜਾ ਸੋਹਣਾ ਗੁਲਦਸਤਾ ਪੇਸ਼ ਕੀਤਾ। ਖੈਰ, ਰਾਮ ਕਲੀ ਰਾਗ ਹੈ। ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਸ਼ਬਦ ਉਚਾਰਦੇ ਹਨ, ਸੇਵਕ ਲਾਇਓ ਆਪਣੀ ਸੇਵ।
ਜੇ ਅਸੀਂ ਕਹੀਏ ਨਾ ਵੀ ਮੈਂ ਆਪਣੇ ਬਲ ਨਾਲ, ਆਪਣੇ ਤਾਣ ਨਾਲ, ਆਪਣੀ ਕਿਸੇ ਸਿਆਣਪ ਨਾਲ ਸਤਿਗੁਰਾਂ ਦੀ ਸੇਵਾ ਕਰ ਸਕਾਂ, ਤਾਂ ਇਹ ਸਾਡਾ ਭੁਲੇਖਾ ਹੈ। ਉਸੇ ਨੂੰ ਸਤਿਗੁਰੂ ਜੀ ਸੇਵਕ ਬਣਾ ਕੇ ਆਪਣੀ ਸੇਵਾ ਵਿੱਚ ਲਾਉਂਦੇ ਆ ਜਿਹੜਾ ਉਹਨੂੰ ਭਾਉਂਦਾ ਹੈ, ਜਿਹੜਾ ਉਹਨੂੰ ਚੰਗਾ ਲੱਗਦਾ। ਜਿਹੜੇ ਸਾਹਿਬ ਨੂੰ ਭਾ ਗਏ ਉਹਨਾਂ ਨੂੰ ਸਤਿਗੁਰਾਂ ਨੇ ਆਪਣੀ ਸੇਵਾ ਚ ਲਾ ਲਿਆ। ਸੇਵਕ ਲਾਇਓ ਆਪਣੀ ਸੇਵ, ਆਪਣੀ ਸੇਵਾ ਵਿੱਚ ਸੇਵਕ ਨੂੰ ਮਹਾਰਾਜ ਜੀ ਨੇ ਲਾ ਲਿਆ। ਮੈਨੂੰ ਆਪਣਾ ਸੇਵਕ ਜਾਣ ਕੇ ਆਪਣੀ ਸੇਵਾ ਵਿੱਚ ਆਪ ਲਾਇਆ ਹੈ। ਅੰਮ੍ਰਿਤ ਨਾਮ ਦਿਓ ਮੁਖ ਦੇਵ। ਮੇਰੇ ਪ੍ਰਕਾਸ਼ ਰੂਪ ਗੁਰੂ ਨੇ, ਇੱਥੇ ਦੇਵ ਨਾਮ ਗੁਰੂ ਦਾ ਹੈ, ਪ੍ਰਕਾਸ਼ ਕਰਦਾ ਨਾ ਗੁਰੂ। ਮੇਰੇ ਗੁਰੂ ਨੇ ਮੇਰੇ ਤੇ ਤਰਸ ਕਰਕੇ ਅੰਮ੍ਰਿਤ ਨਾਮ ਮੇਰੇ ਮੁਖ ਵਿੱਚ ਦਿੱਤਾ ਹੈ। ਅੰਮ੍ਰਿਤ ਨਾਮ ਮੁਖ ਵਿੱਚ ਦੇਣ ਦਾ ਮਤਲਬ ਹੈ ਵੀ ਸਿੱਖਾ ਇਹ ਤੈਨੂੰ ਅੰਮ੍ਰਿਤ ਨਾਮ ਦੇ ਦਿੱਤਾ, ਇਹਨੂੰ ਮੁਖ ਦੁਆਰਾ ਜਪ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਹ ਅੰਮ੍ਰਿਤ ਨਾਮ ਮੁਖ ਦੁਆਰਾ ਜਪ। ਇਹ ਮੁਖ ਵਿੱਚ ਦੇਣ ਦਾ ਮਤਲਬ ਹੁੰਦਾ ਵੀ ਮੁਖ ਦੁਆਰਾ ਸਿਮਰਨ ਕਰਨਾ, ਮੁਖ ਦੁਆਰਾ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰਨਾ। ਜਦੋਂ ਮੁਖ ਦੁਆਰਾ ਰਸਨਾ ਦੁਆਰਾ ਜਪਾਂਗੇ ਤਦੇ ਹਿਰਦੇ ਚ ਉਤਰੇਗਾ। ਇਸ ਕਰਕੇ ਮਹਾਰਾਜ ਜੀ ਨੇ, ਮੇਰੇ ਸਤਿਗੁਰਾਂ ਨੇ ਮੇਰੇ ਤੇ ਤਰਸ ਕੀਤਾ, ਮੇਰੇ ਮੁਖ ਵਿੱਚ ਅੰਮ੍ਰਿਤ ਨਾਮ ਦੇ ਦਿੱਤਾ ਹੈ, ਜਿਸ ਨੂੰ ਮੈਂ ਰਸਨਾ ਦੁਆਰਾ ਜਪਦਾ ਹਾਂ। ਸਗਲੀ ਚਿੰਤਾ ਆਪ ਨਿਵਾਰੀ। ਮੇਰੀਆਂ ਸਾਰੀਆਂ ਚਿੰਤਾਵਾਂ ਮੇਰੇ ਸਾਹਿਬ ਨੇ ਆਪ ਨਿਵਾਰ ਦਿੱਤੀਆਂ ਨੇ। ਸਗਲੀ ਚਿੰਤਾ, ਸਾਰੀਆਂ ਚਿੰਤਾਵਾਂ ਮੇਰੇ ਸਾਹਿਬ ਨੇ ਆਪ ਹੀ ਮੇਰੇ ਹਿਰਦੇ ਚੋਂ ਨਿਵਾਰ ਦਿੱਤੀਆਂ ਹਨ। ਤਿਸ ਗੁਰ ਕੋ ਸਦ ਬਲਿਹਾਰੀ। ਮੇਰੇ ਜਿਸ ਗੁਰੂ ਨੇ ਮੇਰੀਆਂ ਸਾਰੀਆਂ ਚਿੰਤਾ ਦੂਰ ਕੀਤੀਆਂ ਨੇ, ਮੈਂ ਆਪਣੇ ਐਸੇ ਗੁਰੂ ਤੋਂ ਸਦਾ ਲਈ ਬਲਿਹਾਰ ਜਾਵਾਂ। ਕੋਈ ਦੁਨਿਆਵੀ ਵਿਅਕਤੀ ਸਾਡੀ ਕੋਈ ਵੱਡੀ ਪਰੇਸ਼ਾਨੀ ਹੋਵੇ ਤੇ ਉਹ ਸਾਡੀ ਮਦਦ ਕਰ ਦੇਵੇ, ਉਹਨੂੰ ਨਿਵਾਰਨ ਲਈ ਆਪਾਂ ਤਾਂ ਜ਼ਿੰਦਗੀ ਉਹਦੇ ਸ਼ੁਕਰਗੁਜ਼ਾਰ ਰਹਿੰਦੇ ਹਾਂ। ਤੇ ਸਤਿਗੁਰੂ ਜੀ ਤਾਂ ਸਾਨੂੰ ਸਰਬ ਚਿੰਤਾਵਾਂ ਤੋਂ ਮੁਕਤੀ ਪ੍ਰਦਾਨ ਕਰਦੇ ਹੈ। ਫਿਰ ਐਸੇ ਗੁਰੂ ਤੋਂ ਕਿਉਂ ਨਾ ਬਲਿਹਾਰ ਜਾਈਏ, ਐਸੇ ਗੁਰੂ ਤੋਂ ਸਦਾ ਹੀ ਬਲਿਹਾਰ ਜਾਈਏ, ਸਦਾ ਹੀ ਐਸੇ ਗੁਰੂ ਤੋਂ ਬਾਰੇ ਬਾਰੇ ਜਾਈਏ। ਕਾਜ ਹਮਾਰੇ ਪੂਰੇ ਸਤਿਗੁਰ। ਮੇਰੇ ਸਤਿਗੁਰੂ ਜੀ ਨੇ ਮੇਰੇ ਸਾਰੇ ਕਾਰਜ ਪੂਰੇ ਕਰ ਦਿੱਤੇ ਨੇ, ਮੇਰੇ ਸਾਰੇ ਕਾਰਜ ਸਫਲੇ ਕਰ ਦਿੱਤੇ ਹਨ। ਬਾਜੇ ਅਨਹਦ ਤੂਰੇ ਸਤਿਗੁਰ। ਅਨਹਦ ਤੂਰੇ, ਆਹਾ ਇੱਕ ਰਸ। ਅਨਹਦ ਦਾ ਮਤਲਬ ਹੁੰਦਾ ਇੱਕ ਰਸ, ਨਿਰੰਤਰ ਲਗਾਤਾਰ ਜਿਹੜੇ ਵਾਜੇ ਵੱਜ ਪੈਣ। ਸਤਿਗੁਰਾਂ ਦਾ ਜਿਹੜਾ ਸ਼ਬਦ ਹੈ ਹੁਣ ਇੱਕ ਰਸ ਨਿਰੰਤਰ ਅੰਦਰ ਵੱਜ ਤੁਰਿਆ, ਇੱਕ ਰਸ ਲਗਾਤਾਰ ਨਿਰੰਤਰ ਸਵਾਸ ਸਵਾਸ ਵਾਹਿਗੁਰੂ ਪਰਮੇਸ਼ਰ ਦਾ ਭਜਨ ਹੋਣ ਲੱਗ ਪਿਆ। ਇਹਨੂੰ ਕਹਿੰਦੇ ਆ ਬਾਜੇ ਅਨਹਦ ਤੂਰੇ ਸਤਿਗੁਰ। ਵਿਸ਼ਰਾਮ ਭਾਈ ਸਾਹਿਬ ਨੇ ਬੜਾ ਸੋਹਣਾ ਲਾ ਕੇ ਪਾਠ ਕੀਤਾ, ਬਾਜੇ ਅਨਹਦ ਤੂਰੇ। ਪਰ ਜਿਵੇਂ ਪਾਠ ਕਰਦੇ ਹੋਈ ਆਪਾਂ ਬੇਧਿਆਨੇ ਕਰ ਦਈਏ ਬਾਜੇ ਅਨਹਦ ਤੂਰੇ ਸਤਿਗੁਰ, ਫਿਰ ਸ਼ਬਦ ਦਾ ਅਰਥ ਹੀ ਨਹੀਂ ਖੁੱਲਣਾ। ਬਾਜੇ ਅਨਹਦ ਤੂਰੇ, ਕਿਉਂਕਿ ਤੂਰੇ ਅਨਹਦ ਦੇ ਨਾਲ ਜੁੜਿਆ ਹੋਇਆ। ਅਨਹਦ ਨਾਦ ਜਿਹੜੇ ਨੇ ਉਹ ਇੱਕ ਰਸ ਵੱਜ ਪਏ ਨੇ। ਸਤਿਗੁਰਾਂ ਨੇ ਤਰਸ ਕੀਤਾ, ਉਹ ਅਨਹਦ ਨਾਦ ਇੱਕ ਰਸ ਸ਼ਬਦ ਦਾ ਜਿਹੜਾ ਪ੍ਰਵਾਹ ਹੈ ਉਹ ਅੰਦਰ ਚੱਲ ਪਿਆ ਹੈ। ਰਹਾਉ ਮਹਿਮਾ ਜਾ ਕੀ ਗਹਿਰ ਗੰਭੀਰ। ਮੇਰੇ ਸਾਹਿਬ ਦੀ ਮਹਿਮਾ ਬੜੀ ਡੂੰਘੀ। ਜਦੋਂ ਗਹਿਰ ਤੇ ਗੰਭੀਰ ਦੋਵੇਂ ਇਕੱਠੇ ਆ ਜਾਣ, ਵੈਸੇ ਗਹਿਰ ਦਾ ਅਰਥ ਵੀ ਹੈ ਡੂੰਘਾ ਤੇ ਗੰਭੀਰ ਦਾ ਅਰਥ ਵੀ ਹੈ ਡੂੰਘਾ, ਪਰ ਜਦੋਂ ਦੋਵੇਂ ਇਕੱਠੇ ਆ ਜਾਣ ਤਾਂ ਮਹਾਂਪੁਰਸ਼ ਕਹਿੰਦੇ ਆ ਵੀ ਗਹਿਰ ਦਾ ਅਰਥ ਹੋਵੇਗਾ ਡੂੰਘਾ ਤੇ ਗੰਭੀਰ ਦਾ ਅਰਥ ਹੋਵੇਗਾ ਨਿਰਹਲ, ਜਿਹੜਾ ਕਿਸੇ ਕੋਲੋਂ ਹਿਲਾਇਆ ਨਾ ਜਾ ਸਕੇ। ਕਹਿੰਦੇ ਮੇਰੇ ਸਤਿਗੁਰਾਂ ਦੀ ਜਿਹੜੀ ਮਹਿਮਾ ਹੈ ਨਾ, ਉਹ ਜਿੱਥੇ ਡੂੰਘੀ ਹੈ ਨਾ ਉੱਥੇ ਨਿਰਹਲ ਹੈ, ਕੋਈ ਉਹਨੂੰ ਹਿਲਾ ਨਹੀਂ ਸਕਦਾ। ਦੁਨੀਆ ਦੇ ਲੋਕਾਂ ਦੀ ਮਹਿਮਾ ਹੁੰਦੀ ਹੈ, ਕੋਈ ਦੂਜਾ ਆਵੇ ਉਹ ਆ ਕੇ ਕਹਿੰਦਾ ਇਹ ਝੂਠੀ ਹੈ ਮਹਿਮਾ, ਉਹ ਹਿੱਲ ਜਾਂਦੀ ਹੈ ਨਾ ਮਹਿਮਾ। ਜਿਨ੍ਹਾਂ ਮੂੰਹਾਂ ਨਾਲ ਜਿਨ੍ਹਾਂ ਲੋਕਾਂ ਦੀ ਕਿਸੇ ਸਮੇਂ ਸਿਫਤ ਹੁੰਦੀ ਹੈ, ਉੱਥੇ ਹੀ ਉਹਨਾਂ ਮੂੰਹਾਂ ਦੇ ਨਾਲ ਲੋਕ ਨਿੰਦਾ ਕਰਨ ਲੱਗ ਪੈਂਦੇ ਆ।
ਮੇਰੇ ਸਤਿਗੁਰਾਂ ਦੀ ਮਹਿਮਾ ਅਹਿਲ ਹੈ, ਨਿਰਹਲ। ਗੰਭੀਰ ਦਾ ਅਰਥ ਇਦਾਂ ਕਰਾਂਗੇ, ਨਿਰਹਲ। ਤੇ ਮੈਂ ਇਹ ਦਾਵਾ ਵੀ ਨਹੀਂ ਕਰਦਾ ਵੀ ਜੋ ਮੈਂ ਅਰਥ ਕਰ ਰਿਹਾ ਸਹੀ ਹੈ। ਆਪਾਂ ਰਸ ਲੈਣਾ ਸਤਿਗੁਰਾਂ ਦੀ ਗੁਰਬਾਣੀ ਦਾ, ਉਹ ਸਤਿਗੁਰੂ ਜੀ ਕਿਰਪਾ ਕਰਕੇ ਜਿਵੇਂ ਬਖਸ਼ ਦੇਣ। ਗੰਭੀਰ ਦਾ ਮਤਲਬ ਨਿਰਹਲ ਵੀ ਹੈ, ਇਹ ਬੜਾ ਪਿਆਰਾ ਸ਼ਬਦ ਹੈ, ਨਿਰਹਲ। ਮੇਰੇ ਸਤਿਗੁਰਾਂ ਦੀ ਮਹਿਮਾ ਨੂੰ ਕੋਈ ਹਿਲਾ ਨਹੀਂ ਸਕਦਾ। ਉਹ ਮਹਿਮਾ ਸदैवी ਹੈ, ਜਿਵੇਂ ਅੱਜ ਤੋਂ 500 550 ਸਾਲ ਪਹਿਲਾਂ ਅਹਿਲ ਹੈ ਨਾ, ਉਹ ਅੱਜ ਤੋਂ ਹਜ਼ਾਰਾਂ ਸਾਲ ਲੱਖਾਂ ਸਾਲ ਬਾਅਦ ਵੀ ਨਿਰਹਲ ਰਹੇਗੀ। ਕੋਈ ਇਹ ਨਹੀਂ ਕਹਿ ਸਕਦਾ ਕਿ ਸਤਿਗੁਰਾਂ ਨੇ ਆ ਸਹੀ ਨਹੀਂ ਕੀਤਾ। ਨਿਰਹਲ ਮਹਿਮਾ। ਤੇ ਜਿੱਥੇ ਮੇਰੇ ਸਾਹਿਬ ਦੀ ਮਹਿਮਾ ਨਿਰਹਲ ਹੈ, ਉੱਥੇ ਬੜੀ ਡੂੰਗੀ ਹੈ, ਗਹਿਰ, ਬੜੀ ਡੂੰਗੀ ਹੈ, ਬੇਅੰਤ ਹੈ। ਹੋਏ ਨਿਹਾਲ ਦੇ ਜਿਸ ਧੀਰ, ਜਿਹਨੂੰ ਸਤਿਗੁਰੂ ਜੀ ਧੀਰਜ ਦੇ ਦਿੰਦੇ ਐ, ਉਹ ਨਿਹਾਲ ਹੋ ਜਾਂਦਾ। ਨਿਹਾਲ ਦਾ ਅਰਥ ਕੀ ਹੁੰਦਾ? ਨਿਹਾਲ ਦਾ ਅਰਥ ਹੁੰਦਾ ਸੰਤੁਸ਼ਟ ਹੋ ਜਾਣਾ। ਵੀ ਜਦੋਂ ਕੋਈ ਖਵਾਸ਼, ਕੋਈ ਇੱਛਾ ਨਾ ਰਵੇ, ਉਹਨੂੰ ਕਹਿੰਦੇ ਆ ਨਿਹਾਲ ਹੋ ਜਾਣਾ। ਨਾਨਕ ਨਦਰੀ ਨਦਰ ਨਿਹਾਲ। ਕਹਿੰਦੇ ਜਿਨ੍ਹਾਂ ਨੂੰ ਸਤਿਗੁਰਾਂ ਨੇ ਧੀਰਜ ਦੇ ਦਿੱਤਾ, ਉਹ ਨਿਹਾਲ ਨਿਹਾਲ ਹੋ ਗਏ। ਜਾ ਕੇ ਬੰਧਨ ਕਾਟੇ ਰਾਏ, ਜਿਸ ਦੇ ਬੰਧਨ ਮੇਰੇ ਸਤਿਗੁਰੂ ਰਾਜੇ ਨੇ ਕੱਟ ਦਿੱਤੇ ਹਨ। ਰਾਏ ਨਾਮ ਇੱਥੇ ਸਤਿਗੁਰੂ ਰਾਜੇ ਦਾ ਹੈ। ਗੁਰੂ ਵਰਗਾ ਰਾਜਾ ਕਿਹੜਾ ਭਾਈ, ਜਿਹੜਾ ਇੱਕ ਛਿਨ ਚ ਦ੍ਰਿਸ਼ਟੀ ਕਰਕੇ ਭਿਖਾਰੀ ਨੂੰ ਰਾਜਾ ਬਣਾ ਦਿੰਦਾ ਹੈ ਤੇ ਰਾਜਿਆਂ ਨੂੰ ਭਿਖਾਰੀ ਬਣਾ ਦਿੰਦਾ। ਗੁਰੂ ਰਾਜਾ ਹੈ। ਮੇਰੇ ਗੁਰੂ ਰਾਜੇ ਨੇ ਜਿਸ ਦੇ ਬੰਧਨ ਕੱਟ ਦਿੱਤੇ ਹਨ, ਮੋਹ ਦੇ ਵਿਕਾਰਾਂ ਦੇ ਬੰਧਨ ਕੱਟ ਦਿੱਤੇ ਹਨ, ਸੋ ਨਰ ਬਾਹੁਰ ਨਾ ਜੋਨੀ ਪਾਏ। ਉਹ ਨਰ ਮੁੜ ਕੇ ਜੂਨੀਆਂ ਚ ਨਹੀਂ ਪਾਏ ਜਾਂਦੇ। ਆਖੋ ਸਤਨਾਮ ਸ੍ਰੀ ਵਾਹ। ਬੰਧਨ ਜਨਮ ਮਰਨ ਦਾ ਵੀ ਹੈ ਨਾ। ਜਿਹਦੇ ਬੰਧਨ ਸਤਿਗੁਰਾਂ ਨੇ ਕੱਟ ਦਿੱਤੇ, ਉਹ ਮੁੜ ਕੇ ਜੂਨੀਆਂ ਚ ਨਹੀਂ ਪਾਏ ਗਏ, ਉਹ ਜੂਨੀਆਂ ਤੋਂ ਰਹਿਤ ਹੋ ਗਏ। ਜਾ ਕੇ ਅੰਤਰ ਪ੍ਰਗਟਿਓ ਆਪ, ਜਿਸ ਦੇ ਅੰਦਰ ਉਹਦਾ ਆਪਾ ਪ੍ਰਗਟ ਹੋ ਗਿਆ, ਜਾਂ ਵਾਹਿਗੁਰੂ ਆਪ ਪ੍ਰਗਟ ਹੋ ਗਿਆ। ਜਿਸ ਦੇ ਅੰਦਰ ਹੈ ਸਾਰਿਆਂ ਵਿੱਚ ਹੀ, ਪਰ ਪ੍ਰਗਟ ਉਹਨੇ ਆਪ ਹੋਣਾ। ਜਿਸ ਤੇ ਤਰਸ ਕਰਨਾ, ਉਹਦੇ ਅੰਦਰ ਪ੍ਰਗਟ ਹੋ ਜਾਣਾ। ਪਾਣੀ ਸਾਰੀ ਧਰਤੀ ਥੱਲੇ ਹੈ, ਪ੍ਰਗਟ ਤਾਂ ਕਿਤੇ ਕਿਤੇ ਹੀ ਹੁੰਦਾ ਨਾ। ਇਸੇ ਤਰ੍ਹਾਂ ਜਿਸ ਦੇ ਅੰਦਰ ਵਾਹਿਗੁਰੂ ਜੀ ਆਪ ਪ੍ਰਗਟ ਹੋ ਜਾਂਦੇ ਹਨ, ਯਾਨੀ ਕਿ ਵਾਹਿਗੁਰੂ ਜੀ ਦਾ ਸਾਖਸ਼ਾਤਕਾਰ ਹੋ ਜਾਂਦਾ ਹੈ, ਤਾਕੋ ਨਾਹੀ ਦੁਖ ਸੰਤਾਪ। ਉਹਨੂੰ ਕਿਸੇ ਪ੍ਰਕਾਰ ਦਾ ਦੁੱਖ ਤਪਾ ਨਹੀਂ ਸਕਦਾ। ਦੁੱਖ ਆਉਂਦੇ ਨੇ ਉਹਦੇ ਤੇ, ਐਸਾ ਨਹੀਂ। ਤੱਤੀ ਤਵੀ ਤੇ ਵੀ ਬਹਿਣਾ ਪਿਆ ਮਹਾਰਾਜ ਜੀ ਨੂੰ। ਦੁਨੀਆ ਲਈ ਤੱਤੀ ਤਵੀ ਤੇ ਬੈਠਣਾ ਦੁੱਖ ਹੈ, ਪਰ ਮੇਰੇ ਸਾਹਿਬ ਲਈ ਉਹ ਦੁੱਖ ਵੀ ਦੁੱਖ ਨਹੀਂ ਹੈ। ਕਿਉਂਕਿ ਜਿਸ ਅਵਸਥਾ 'ਚ ਮੇਰੇ ਸਾਹਿਬ ਪਹੁੰਚੇ ਨੇ, ਉਹ ਇਹ ਸਰੀਰ ਦੇ ਪਰਦੇ ਤੋਂ ਪਰੇ ਦੀ ਖੇਡ ਹੈ। ਉੱਥੇ ਤੱਕ ਤਾਂ ਇਹ ਤੱਤੀ ਤਵੀ ਦੀ ਤਪਸ਼ ਪਹੁੰਚ ਹੀ ਨਹੀਂ ਸਕਦੀ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਣਾ, ਇਹ ਖੇਡ ਉਹਨੂੰ ਪ੍ਰਾਪਤ ਹੋ ਜਾਂਦੀ ਹੈ, ਜਿਹਦੇ ਤੇ ਸਤਿਗੁਰੂ ਜੀ ਆਪਣੀ ਕਿਰਪਾ ਕਰ ਦੇਣ। ਲਾਲ ਰਤਨ ਤਿਸ ਪਾਲੈ ਪਰਿਆ। ਆਹਾ, ਕੀਮਤੀ ਲਾਲ ਤੇ ਰਤਨ ਉਹਦੇ ਪੱਲੇ ਪੈ ਜਾਂਦੇ, ਉਹਦੇ ਬੁੱਧੀ ਰੂਪੀ ਪੱਲੇ 'ਚ ਪੈ ਜਾਂਦੇ ਹਨ। ਸਗਲ ਕੁਟੰਬ ਉਹ ਜਨ ਲੈ ਤਰਿਆ। ਜਿਹਦੇ ਪੱਲੇ ਨਾਮ ਰੂਪੀ ਸ਼ੁਭ ਕੀਮਤੀ ਲਾਲ ਰਤਨ ਪੈ ਗਏ, ਉਹ ਕਹਿੰਦੇ ਜਿੱਥੇ ਆਪ ਤਰੇਗਾ, ਆਪਣੇ ਕੁਟੰਬੀਆਂ ਨੂੰ ਵੀ ਤਾਰ ਲਵੇਗਾ। ਬਹੁਤਾਤ, ਸਾਰੀ ਗੱਲ ਨਹੀਂ ਕਹਿ ਸਕਦੇ, ਕਿਉਂਕਿ ਇੱਕ ਉਦਾਹਰਨ ਸਾਰਿਆਂ ਤੇ ਨਹੀਂ ਲਾਗੂ ਹੁੰਦੀ। ਬਹੁਤਾਤ, ਜੇ ਇੱਕ ਪਰਿਵਾਰ ਵਿੱਚ ਕੋਈ ਇੱਕ ਵੀ ਗੁਰਸਿੱਖ ਭਜਨੀਕ ਹੋਵੇ, ਬਾਣੀ ਪੜ੍ਹਨ ਵਾਲਾ ਹੋਵੇ, ਪਰਿਵਾਰ ਦੇ ਭਾਵੇਂ ਦੂਜੇ ਜੀ ਸੱਜੇ ਖੱਬੇ ਟੁਰੇ ਵੀ ਫਿਰਦੇ ਹੋਣ, ਪਰ ਕਿਤੇ ਨਾ ਕਿਤੇ ਆਪਣੇ ਪਰਿਵਾਰਕ ਉਸ ਮੈਂਬਰ ਨੂੰ ਵੇਖ ਕੇ ਉਹਦੇ ਅੰਦਰ ਵੀ ਕਿਤੇ ਨਾ ਕਿਤੇ ਗੁਰੂ ਦੀ ਯਾਦ ਆਉਂਦੀ ਹੈ। ਕਈ ਵਾਰ ਇੱਕ ਵੀ ਪਰਿਵਾਰ ਦੇ ਵਿੱਚ ਮੈਂਬਰ ਜੁੜਿਆ ਹੋਵੇ, ਉਹ ਦੂਜੇ ਪਰਿਵਾਰ ਨੂੰ ਵੀ ਪ੍ਰੇਰਿਤ ਕਰ ਲੈਂਦਾ ਨਾਲ ਨਾਲ। ਇਸ ਕਰਕੇ ਪਾਤਸ਼ਾਹ ਕਹਿੰਦੇ ਜਿਹੜਾ ਭਜਨ ਕਰਦਾ ਨਾ, ਨਾਮ ਜਪਦਾ, ਉਹ ਆਪਣੇ ਕੁਟੰਬ ਨੂੰ ਵੀ ਨਾਲ ਧਾਰ ਲੈਂਦਾ ਹੈ। ਨਾ
ਕਿਛ ਭਰਮ ਨਾ ਦੁਬਿਧਾ ਦੂਜਾ। ਰੱਬ ਦੇ ਪਿਆਰਿਆਂ ਵਿੱਚ ਨਾ ਕੁਝ ਭਰਮ ਹੈ, ਨਾ ਦੁਬਦਾ ਤੇ ਨਾ ਦੁਈ ਦਵੈਸ਼ ਹੈ। ਭਰਮ ਹੀ ਨਹੀਂ ਰਹਿੰਦਾ ਉਹਨਾਂ ਨੂੰ। ਜਿਹੜਾ ਭਰਮ ਚ ਰਵੇ ਉਹ ਖਾਲਸਾ ਨਹੀਂ ਹੈ। ਮਹਾਰਾਜ ਜੀ ਕਹਿੰਦੇ ਭਰਮ ਭੇਖ ਤੇ ਰਹਿ ਨਿਹਾਰਾ। ਖਾਲਸਾ ਕੌਣ ਹੈ? ਜਿਹੜਾ ਭਰਮ ਤੋਂ ਰਹਿਤ ਰਵੇ। ਜਿਹੜਾ ਭਰਮ ਚ ਹੋਵੇ ਉਹ ਕਿਵੇਂ ਖਾਲਸ ਹੋ ਗਿਆ ਭਾਈ? ਕਹਿੰਦੇ ਜਿਹੜਾ ਸਤਿਗੁਰਾਂ ਦਾ ਹੋ ਗਿਆ ਉਹਦੇ ਅੰਦਰ ਨਾ ਤਾਂ ਭਰਮ ਹੈ, ਨਾ ਉਹਦੇ ਅੰਦਰ ਦੁਬਦਾ ਹੈ, ਨਾ ਹੀ ਉਹਦੇ ਅੰਦਰ ਦਵੈਸ਼ ਦੀ ਬਿਰਤੀ ਹੈ। ਏਕੋ ਏਕ ਨਿਰੰਜਨ ਪੂਜਾ। ਉਹ ਇੱਕੋ ਇੱਕ ਨਿਰੰਜਨ ਦੀ ਪੂਜਾ ਕਰਦਾ, ਇੱਕ ਦੀ, ਸਿਰਫ ਇੱਕ ਦੀ। ਦੋ ਤਾਂ ਉਹਦੇ ਹਿਰਦੇ 'ਚ, ਦੂਜਾ ਤਾਂ ਉਹਨੂੰ ਨਜ਼ਰ ਹੀ ਨਹੀਂ ਆਉਂਦਾ। ਉਹ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦੀ ਨਿਰੰਜਨ ਦੀ ਪੂਜਾ ਕਰਦਾ। ਨਿਰੰਜਨ ਜੋ ਮਾਇਆ ਦੀ ਕਾਲਖ ਤੋਂ ਰਹਿਤ ਹੋਵੇ, ਜਿਹਦੇ 'ਚ ਅਵਿਦਿਆ ਰੂਪੀ ਹਨੇਰਾ ਨਹੀਂ ਹੈ। ਇਹੋ ਜਿਹਾ ਜੋ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਅਕਾਲ ਪੁਰਖ ਹੈ, ਕਹਿੰਦੇ ਉਸ ਇੱਕ ਨਿਰੰਜਨ ਦੀ ਹੀ ਉਹ ਪੂਜਾ ਕਰਦਾ ਹੈ, ਇੱਕ ਅਕਾਲ ਪੁਰਖ ਦੀ ਹੀ ਪੂਜਾ ਕਰਦਾ ਹੈ। ਪੂਜੋ ਸਾਚ ਏਕ ਹੀ ਦੇਵ ਆ, ਇੱਕ ਅਕਾਲ ਪੁਰਖ ਦੀ ਹੀ ਪੂਜਾ ਕਰਦਾ ਹੈ। ਜਿਵੇਂ ਮਹਾਰਾਜ ਜੀ ਨੇ ਕਿਹਾ ਖਾਲਸੇ ਨੂੰ ਕਿ ਖਾਲਸਾ ਅਕਾਲ ਦਾ ਪੁਜਾਰੀ ਹੈ। ਪੂਜਾ ਅਕਾਲ ਕੀ, ਦੀਦਾਰ ਖਾਲਸੇ ਕਾ। ਕਿ ਮਨ 'ਚ ਇੱਛਾ ਹੋਵੇ ਵੀ ਮੈਂ ਦੀਦਾਰ ਵੀ ਕਰਨੇ ਆ, ਮੈਂ ਦਰਸ਼ਨ ਵੀ ਕਰਨੇ ਆ ਅਕਾਲ ਦੇ, ਤਾਂ ਕਹਿੰਦੇ ਖਾਲਸੇ ਦੇ ਦਰਸ਼ਨ ਕਰ ਲਓ, ਬਾਜਾਂ ਵਾਲੇ ਦੇ ਦਰਸ਼ਨ ਨੇ। ਪੂਜਾ ਅਕਾਲ ਕੀ, ਦੀਦਾਰ ਖਾਲਸੇ ਕਾ। ਤੇ ਆਖਿਆ ਜੀ ਮੈਂ ਮਨ ਪਰਚਾਉਣਾ। ਕੋਈ ਮਨ ਕਿਤੇ ਪਰਚਾਉਂਦਾ, ਕੋਈ ਕਿਤੇ ਪਰਚਾਉਂਦਾ, ਕੋਈ ਮਨੋਰੰਜਨ ਦੀਆਂ ਖੇਡਾਂ ਵੇਖਦਾ। ਤੇ ਖਾਲਸੇ ਦਾ ਮਨ ਕਿੱਥੇ ਪਰਚਦਾ? ਪਰਚਾ ਸ਼ਬਦ ਕਾ। ਖਾਲਸੇ ਦਾ, ਸਿੱਖ ਦਾ ਮਨ ਸਤਿਗੁਰਾਂ ਦੇ ਸ਼ਬਦ ਵਿੱਚ ਪਰਚਿਆ ਰਹਿੰਦਾ ਹੈ। ਤੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਹੀ ਉਹ ਇੱਕ ਅਕਾਲ ਪੁਰਖ ਨੂੰ ਹੀ ਪੂਜਦੇ ਹਨ। ਜਤ ਕਤ ਦੇਖੋ ਆਪ ਦਇਆਲ। ਜਿੱਥੇ ਕਿੱਥੇ ਮੈਂ ਇੱਕ ਦਇਆਲ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਹੀ ਵੇਖਦਾ ਹਾਂ ਕਿ ਉਹ ਆਪ ਹੀ ਦਇਆ ਦਾ ਆਲਿਆ ਸਾਰਿਆਂ ਵਿੱਚ ਵਰਤ ਰਿਹਾ ਹੈ। ਕਹੋ ਨਾਨਕ ਪ੍ਰਭ ਮਿਲੇ ਰਸਾਲ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਫਰਮਾਉਂਦੇ ਹਨ ਕਿ ਮੇਰੇ ਪ੍ਰਭੂ ਜੀ ਜੋ ਰਸ ਦਾ ਘਰ ਹਨ, ਰਸ ਆਲਿਆ ਹਨ, ਉਹ ਮੈਨੂੰ ਆ ਮਿਲੇ ਹਨ। ਇਹ ਅਖੀਰਲੀ ਪੰਕਤੀ ਇਸ ਪਾਵਨ ਸ਼ਬਦ ਦੀ ਅਖਰੀ ਅਰਥ ਆਪਾਂ ਵਿਚਾਰਦੇ ਚੱਲੀਏ ਨਾ। ਗੁਰਬਾਣੀ ਦੇ ਵਿੱਚ ਕਥਾ ਦਾ ਜਿਹੜਾ ਅਸਲੀ ਬੁੱਢਲਾ ਸਵਰੂਪ ਮਹਾਂਪੁਰਸ਼ ਦੱਸਦੇ ਹੈ ਸੰਤ ਗਿਆਨੀ ਗੁਰਬਚਨ ਸਿੰਘ ਜੀ। ਉਹ ਕਹਿੰਦੇ ਕਥਾ ਉਹ ਹੈ ਜਿਹੜੀ ਗੁਰਬਾਣੀ ਦੇ ਇੱਕ ਇੱਕ ਅੱਖਰ ਨੂੰ ਪਰੋਂਦਿਆਂ ਚਲੀ ਜਾਵੇ, ਵੀ ਉਹ ਧਾਗਾ ਜਿਹੜਾ ਵਿਚਾਰ ਦਾ ਧਾਗਾ ਉਹ ਸੱਜੇ ਖੱਬੇ ਨਾ ਜਾਵੇ। ਗੁਰਬਾਣੀ ਦੀ ਇੱਕ ਪੰਕਤੀ ਨੂੰ ਪਰੋਂਦਾ ਚਲਾ ਜਾਵੇ, ਉਹਨੂੰ ਕਥਾ ਕਹਿੰਦੇ ਹਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਇਹ ਪਾਵਨ ਅੰਮ੍ਰਿਤਮਈ ਬਾਣੀ ਦੀ ਪਾਵਨ ਵਿਚਾਰ ਸਾਂਝੀ ਕਰਦਿਆਂ ਹੋਈਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਕਰ ਦੇਣੀ, ਅਰਦਾਸ ਕਰਨੀ ਸਤਿਗੁਰੂ ਜੀ ਅੱਗੇ ਵਾਸਤੇ ਸਤਿਬੁੱਧੀ ਸਮੱਤ ਪ੍ਰਦਾਨ ਕਰਨ। ਕੋਟਾਨ ਕੋਟ ਸ਼ੁਕਰ, ਲੱਖ ਲੱਖ ਸ਼ੁਕਰ ਜਗਤ ਗੁਰੂ ਧੰਨ ਸ੍ਰੀ ਗੁਰੂ ਰਾਮਦਾਸ ਸੋਢੀ ਸੁਲਤਾਨ ਪਾਤਸ਼ਾਹ ਦਾ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ, ਜਿਨ੍ਹਾਂ ਦੀ ਦਇਆ ਮਇਆ ਸਦਕਾ ਆਪ ਸਾਰੀਆਂ ਸੰਗਤਾਂ ਦੇ ਦਰਸ਼ਨ ਕੀਤੇ। ਸਾਰੀਆਂ ਸੰਗਤਾਂ ਦਾ ਧੰਨਵਾਦ। ਧੰਨਵਾਦ ਉਚੇਚੇ ਤੌਰ ਤੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਹੈਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਭਾਈ ਗੁਰਸੇਵਕ ਸਿੰਘ ਜੀ ਦਾ, ਸਾਰੇ ਸਿੰਘਾਂ ਦਾ ਧੰਨਵਾਦ। ਆਓ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ। ਨਾ ਕਿਛ ਭਰਮ ਨਾ ਦੁਬਿਧਾ ਦੂਜਾ, ਏਕੋ ਏਕ ਨਿਰੰਜਨ ਪੂਜਾ। ਜਤ ਕਤ ਦੇਖੋ ਆਪ ਦਇਆਲ, ਕਹੋ ਨਾਨਕ ਪ੍ਰਭ ਮਿਲੇ ਰਸਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ
YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ, ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।